ਚੈਨਲ ਦਰਪਣ ਨਿਊਜ਼ ਵੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਗੁਰਹਰਪ੍ਰੀਤ ਦਾ ਪਿਆਰ ਭਰਿਆ ਨਮਸਕਾਰ। ਦੋਸਤੋ, ਪਿੱਛੇ ਜੇ ਇੱਕ ਸਾਊਥ ਦੀ ਮੂਵੀ ਆਈ ਸੀਗੀ ਜਿਹੜੀ ਕਿ ਅਧਿਆਪਕਾਂ ਤੇ ਆਧਾਰਿਤ ਸੀ। ਨਾਮ ਸੀਗਾ ਜੀ ਮੈਡਮ ਗੀਤਾ ਰਾਣੀ। ਉਸ ਮੂਵੀ ਦੇ ਵਿੱਚ ਇੱਕ ਲਾਈਨ ਬੋਲੀ ਗਈ ਸੀ, ਡਾਇਲੋਗ ਬੋਲਿਆ ਗਿਆ ਸੀ ਕਿ ਜੇ ਅਧਿਆਪਕ ਜਿਹੜੇ ਹੈਗੇ ਆ ਉਹ ਬੱਚਿਆਂ ਨੂੰ ਜ਼ਿਆਦਾ ਪੜ੍ਹਾ ਦੇਣ, ਪ੍ਰੋਪਰ ਤਰੀਕੇ ਨਾਲ ਪੜ੍ਹਾ ਦੇਣ ਤਾਂ ਪੁਲਿਸ ਦਾ ਜਿਹੜਾ ਕੰਮ ਹੈਗਾ ਉਹ ਬਹੁਤ ਘੱਟ ਜਾਊਗਾ। ਹੁਣ ਇਸ ਡਾਇਲੋਗ ਦੇ ਵਿੱਚ ਬਹੁਤ ਕੁਛ ਸਿਮਟਿਆ ਹੋਇਆ ਹੈਗਾ। ਕਹਿਣ ਦਾ ਮਤਲਬ ਕਿ ਇਹ ਡਾਇਲੋਗ ਜਿਹੜਾ ਹੈਗਾ ਪੂਰੇ ਦੇ ਪੂਰੇ ਤਰੀਕੇ ਨਾਲ ਇਤਫਾਕ ਰੱਖਦਾ ਹੈਗਾ ਸਾਡੀ ਨੋਰਮਲ ਭਾਸ਼ਾ ਦੇ ਵਿੱਚ ਬੋਲੀ ਜਾਣ ਵਾਲੀ ਇਸ ਗੱਲ ਦੇ ਨਾਲ ਕਿ ਅਧਿਆਪਕ ਜਿਹੜੇ ਹੁੰਦੇ ਆ ਉਹ ਸਮਾਜ ਦੇ ਰਚੇਤਾ ਹੁੰਦੇ ਆ, ਯਾਨੀ ਕਿ ਸਮਾਜ ਨੂੰ ਬਣਾਉਣ ਵਾਲੇ ਹੁੰਦੇ ਆ। ਸੋ ਇੱਕ ਅਧਿਆਪਕ ਨਾ ਜਿਹਨੇ ਆਪਣੀ ਜ਼ਿੰਦਗੀ ਦੇ ਅੱਧੇ ਤੋਂ ਵੱਧ ਹਿੱਸੇ ਨੂੰ ਇਸ ਅਧਿਆਪਨ ਦੇ ਖੇਤਰ ਦੇ ਨਾਮ ਲਾਇਆ ਹੋਵੇ, ਉਸ ਅਧਿਆਪਕ ਦਾ ਸੀਨਾ ਚੌੜਾ ਹੋ ਜਾਂਦਾ ਜਦੋਂ ਇਹ ਕਹਿੰਦਾ ਹੈਗਾ ਕਿ ਇਸ ਸ਼ਹਿਰ ਦੇ ਹਰ ਗਲੀ ਅਤੇ ਹਰ ਨੁੱਕਰ 'ਤੇ ਮੇਰਾ ਇੱਕ ਸਟੂਡੈਂਟ ਬੈਠਾ ਹੈਗਾ। ਸੋ ਐਸੇ ਹੀ ਅਧਿਆਪਕ ਦੇ ਨਾਲ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਜੀ ਮੇਰੀ ਮੁਰਾਦ ਹੈ ਸਰਦਾਰ ਜਗਦੀਸ਼ ਸਿੰਘ ਘਈ ਹੋਰਾਂ ਤੋਂ। ਜੀ ਸਰਦਾਰ ਜਗਦੀਸ਼ ਸਿੰਘ ਘਈ ਜੀ, ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਮੈਂ ਜੀ ਤੁਹਾਡਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਮੈਨੂੰ ਇਸ ਯੋਗ ਸਮਝਿਆ ਕਿ ਮੇਰੇ ਸੰਬੰਧੀ ਆਣ ਕੇ ਜਿਹੜਾ ਵਿਚਾਰ ਲੈ ਲਏ ਹੋ ਔਰ ਨਾਲ ਇੱਕ ਅਧਿਆਪਕ ਦਾ ਕਿਰਦਾਰ ਦੇ ਸੰਬੰਧੀ ਕੁਝ ਗੱਲਾਂ ਕਰਨੀਆਂ ਚਾਹੁੰਦੇ ਹੋ। ਜੀ ਤੁਸੀਂ ਬਹੁਤ ਜਿਹੜੇ ਸਟੂਡੈਂਟਸ ਨੂੰ ਆਪਣਿਆਂ ਨੂੰ ਯੋਗ ਬਣਾਇਆ ਅਤੇ ਬੜੇ ਸਾਰੇ ਸਰਕਾਰੀ ਜਿਹੜੇ ਹੈਗੇ ਨਾ ਦਫ਼ਤਰਾਂ ਦੇ ਵਿੱਚ ਤੁਹਾਡੇ ਸਟੂਡੈਂਟ ਬੈਠੇ ਹੈਗੇ ਅੱਜ। ਸਰ, ਇਹ ਸਾਰੀਆਂ ਗੱਲਾਂ ਮੈਂ ਤੁਹਾਡੀਆਂ ਬਾਅਦ 'ਚ ਕਰੂੰਗੀ, ਪਰ ਸ਼ੁਰੂਆਤ ਜਿਹੜੀ ਹੈਗੀ ਹੈ ਮੈਂ ਤੁਹਾਡੇ ਸ਼ੁਰੂਆਤੀ ਜੀਵਨ ਤੋਂ ਕਰਨਾ ਚਾਹੂੰਗੀ ਕਿ ਸ਼ੁਰੂਆਤ ਤੁਹਾਡੀ ਕਿੱਥੋਂ ਹੋਈ, ਕਿੱਥੋਂ ਦੇ ਤੁਸੀਂ ਜੰਪਲ ਹੋ, ਕੀ ਤੁਹਾਡੀ ਕੁਆਲੀਫਿਕੇਸ਼ਨ ਹੈਗੀ ਹੈ, ਕਿੰਨਾ ਕੁ ਤੁਸੀਂ ਪੜ੍ਹੇ ਲਿਖੇ ਹੋ ਤਾਂ ਕਿ ਤੁਸੀਂ ਬੱਚਿਆਂ ਨੂੰ ਜਿਹੜਾ ਹੈਗਾ ਪੜ੍ਹਾ ਰਹੇ ਹੋ। ਹੁਣ ਜਿੱਥੋਂ ਤੱਕ ਮੇਰੀ ਸਿੱਖਿਆ ਦਾ ਸੰਬੰਧ ਹੈ, ਮੈਂ 7ਵੀਂ ਤੱਕ ਦੀ ਵਿੱਦਿਆ MDS ਹਾਈ ਸਕੂਲ ਮੋਗਾ ਤੋਂ ਪ੍ਰਾਪਤ ਕੀਤੀ ਔਰ 8ਵੀਂ ਤੋਂ ਲੈ ਕੇ 10ਵੀਂ ਤੱਕ SSD ਸਕੂਲ ਬਠਿੰਡਾ ਉੱਥੋਂ ਲਈ। FSC ਮੈਂ ਰਜਿੰਦਰਾ ਕਾਲਜ ਤੋਂ ਕੀਤੀ। ਉਦੋਂ ਬਾਅਦ ਸਾਰੀਆਂ ਜਿਹੜੀ ਕੁਆਲੀਫਿਕੇਸ਼ਨ ਨੇ BA MA ਵਗੈਰਾ ਕੀਤੀਆਂ ਨੇ ਉਹ ਮੈਂ ਪ੍ਰਾਈਵੇਟ ਕੀਤੀਆਂ। ਮੈਂ ਹੁਣ ਇਸ ਵੇਲੇ MA ਇੰਗਲਿਸ਼, MA ਪੰਜਾਬੀ, MA ਪੋਲੀਟੀਕਲ ਸਾਇੰਸ ਅਤੇ ਹਿਸਟਰੀ ਦਾ ਇੱਕ ਭਾਗ ਦੇ ਕਿਸੇ ਦਾ ਦੂਜਾ ਨਹੀਂ, ਔਨਰਸ ਕੀਤੀ ਹੋਈ ਹੈ, BEd ਕੀਤੀ ਹੋਈ ਹੈ, ਪ੍ਰਾਗਿਆ ਹਿੰਦੀ ਦੀ ਕੀਤੀ ਹੋਈ ਹੈ। ਇਹ ਮੇਰੀਆਂ ਮੁੱਖ ਤੌਰ 'ਤੇ ਕੁਆਲੀਫਿਕੇਸ਼ਨ ਹੈਗੀਆਂ ਨੇ। ਅਦਾਰਾ ਕੁਆਲੀਫਿਕੇਸ਼ਨ 'ਚ ਕਿਉਂਕਿ ਮੈਨੂੰ ਭਾਵੇਂ ਮੈਂ ਕੁਝ ਚਿਰ ਸਰਕਾਰੀ ਸਰਵਿਸ 'ਚ ਵੀ ਰਿਹਾ, ਪਰ ਨਾਲ ਮੈਨੂੰ ਮੁੱਖ ਤੌਰ 'ਤੇ ਵਿੱਦਿਆ ਦਾ ਬਹੁਤ ਜ਼ਿਆਦਾ ਝੁਕਾਅ ਮੇਰਾ ਰਿਹਾ ਹੈਗਾ ਕਿ ਇਹ ਵੀ ਮੈਂ ਝੁਕਾਅ ਜਿਹੜਾ ਕਰਦਾ ਰਿਹਾ। ਪੜ੍ਹਦਿਆਂ ਹੋਇਆਂ ਵੀ ਪੜ੍ਹਾਉਂਦਾ ਰਿਹਾ ਹਾਂ ਔਰ ਪੜ੍ਹਾਉਂਦਿਆਂ ਹੋਇਆਂ ਵੀ ਪੜ੍ਹਦਾ ਰਿਹਾ ਹਾਂ। ਇਹ ਸਾਰੀਆਂ ਜਿਹੜੀਆਂ ਮੈਂ ਸਿੱਖਿਆ ਉੱਚੀ ਸਿੱਖਿਆ ਲਈ ਹੈ, ਇਹ ਪੜ੍ਹਾਉਣ ਦੇ ਸਮੇਂ 'ਚ ਵੀ ਮੈਂ ਲਈ ਹੈ ਔਰ ਆਪਣੇ ਪੈਰਾਂ 'ਤੇ ਖੜ੍ਹ ਕੇ ਲਈ ਹੈ। ਸ਼ੁਰੂਆਤੀ ਹਾਲਾਤ ਜਿਹੜੇ ਬੜੇ ਮਾੜੇ ਸਨ ਕਿਉਂਕਿ 48-49 'ਚ ਕਾਂਗਰਸ ਸਰਕਾਰ ਜਦੋਂ ਤੋਂ ਹਿੰਦੁਸਤਾਨ ਆਜ਼ਾਦ ਵੀ ਹੋ ਗਏ ਸੀ ਤਾਂ ਵੀ ਬਹੁਤ ਸਾਰੇ ਬਹਾਦਰ ਕਮਿਊਨਿਸਟ ਪਾਰਟੀ ਚੋਣ ਕਰਕੇ ਉਹਨਾਂ ਨੂੰ ਫੜ ਲਿਆ ਗਿਆ ਸੀ ਅਤੇ ਬੜੀ ਮੁਸ਼ਕਿਲ ਦੇ ਦਿਨ ਮੋਗਾ ਵਿੱਚ ਕੱਟੇ। ਅਤੇ ਬੀਬੀ ਗੁਰਦੁਆਰੇ ਵਾਲੇ ਅਮਰ ਕੌਰ ਜੀ ਸੀ, ਉਹਨਾਂ ਨੇ ਕਈ ਦਫਾ ਰੋਟੀ ਵੀ ਸਾਨੂੰ ਆਪਣੇ ਕੋਲ ਭੇਜਣੀ ਅਤੇ ਇੱਥੋਂ ਤੱਕ ਇਹਦੇ ਹਾਲਾਤ ਵਿੱਚ ਦੀ ਗੁਜ਼ਰ ਕੇ ਆਏ ਹੋਏ ਹਾਂ। ਔਰ ਉਸ ਹਾਲਾਤ ਤੋਂ ਗੁਜ਼ਰਦਿਆਂ ਹੋਇਆਂ ਵੀ 17 ਸਾਲ ਦੀ ਉਮਰ 'ਚ ਮੇਰੇ ਵੱਡੇ ਭਾਈ ਸਾਹਿਬ ਨੂੰ ਨੌਕਰੀ ਕਰਨੀ ਪਈ ਔਰ ਘਰ ਦਾ ਕੰਮ ਜਿਹੜਾ ਚਲਾਉਣਾ ਪਿਆ, ਘਰ ਦਾ ਖਰਚ ਚਲਾਉਣਾ ਪਿਆ ਔਰ ਉਹਨਾਂ ਦੇ ਆਖਰਕਾਰ ਸਰਕਾਰੀ ਸਰਵਿਸ ਬਠਿੰਡਾ ਵੀ ਲਈ, ਜਿਸ ਕਰਕੇ ਅਸੀਂ ਬਠਿੰਡਾ ਸ਼ਿਫਟ ਕੀਤੇ ਅਤੇ ਬਠਿੰਡੇ ਸਾਡਾ ਕੁਝ ਖਾਣ ਪੀਣ ਜਿਹੜਾ ਹੈਗਾ ਰੋਟੀ ਪਾਣੀ ਚੱਲਣਾ ਸ਼ੁਰੂ ਹੋ ਗਿਆ। ਇਹ ਮੇਰੀ ਮੁੱਢਲੀ ਵਿੱਦਿਆ ਅਤੇ ਮੁੱਢਲਾ ਜੀਵਨ ਦਾ ਭਾਗ ਹੈ। ਜੀ ਇੱਕ ਲੰਮੀ ਲਿਸਟ ਜਿਹੜੀ ਹੈਗੀ ਤੁਸੀਂ ਸਾਨੂੰ ਗਿਣਾਤੀ ਹੈਗੀ ਹੈ ਕਿ ਮੈਂ ਇੰਨਾ ਵੱਡਾ ਕੁਛ ਕਰਤਾ, ਇਹਨਾਂ 'ਚੋਂ ਅੱਧਿਆਂ ਕਦੇ ਤਾਂ ਮੈਨੂੰ ਨਾਮ ਵੀ ਨਹੀਂ ਪਤਾ ਹੋਣਾ ਕਿਉਂਕਿ ਅੱਜ ਕੱਲ੍ਹ ਡਿਗਰੀਆਂ ਦੇ ਨਾਮ ਵੀ ਚੇਂਜ ਹੋ ਚੁੱਕੇ ਹੈ। ਖੈਰ ਸਰ, ਤੁਹਾਡੇ ਬਾਰੇ 'ਚ ਜਦੋਂ ਮੈਂ ਥੋੜ੍ਹੀ ਜਿਹੀ ਜਾਂਚ ਪੜਤਾਲ ਅੱਗੋਂ ਪਿੱਛੋਂ ਕੀਤੀ ਤਾਂ ਮੈਨੂੰ ਇੱਕ ਜਿਹੜੀ ਹੈਗੀ ਨਾ ਲਾਈਨ ਸੁਣਨ ਨੂੰ ਮਿਲੀ ਕਿ ਤੁਸੀਂ ਜਿਹੜਾ ਹੈਗਾ ਆਜ਼ਾਦੀ ਤੋਂ ਪਹਿਲਾਂ ਉਹਨੇ ਦੁੱਖ ਨਹੀਂ ਝੱਲੇ ਹੈਗੇ ਜਿੰਨੇ ਆਜ਼ਾਦੀ ਤੋਂ ਬਾਅਦ ਝੱਲਿਆ। ਸਰ, ਕੀ ਮਤਲਬ ਸੀਗਾ ਉਹਨਾਂ ਦੀ ਇਸ ਕਹੀ ਹੋਈ ਗੱਲ ਦਾ? ਮੇਨ ਤਾਂ ਇਹ ਸੀ ਵੀ ਸਾਡੀਆਂ ਜਿਹੜੀਆਂ ਜ਼ਮੀਨਾਂ ਜਾਇਦਾਦਾਂ ਸੀ ਉਹ ਤਾਂ ਅੰਗਰੇਜ਼ਾਂ ਨੇ ਆਣ ਕੇ ਚੱਲਣ ਨਹੀਂ ਦਿੱਤੀਆਂ। ਸਿਰਫ ਚਾਚਾ ਜੀ ਦੇ ਸਿਰ 'ਤੇ ਅਸੀਂ ਪਹਿਲੇ 5 ਵਰ੍ਹੇ ਵਤਾ ਦੀ ਉਮਰ ਤੱਕ ਮੈਂ ਉਹਨਾਂ ਦੇ ਖੇਤਾਂ ਦੀ ਖੇਤੀ ਕਰਦਿਆਂ ਹੋਇਆਂ ਅਸੀਂ ਉਸ ਤੋਂ ਰੋਟੀ ਖਾਂਦੇ ਰਹੇ ਹਾਂ। ਮੋਗਾ ਭਾਈ ਸਾਹਿਬ ਮੇਰੇ ਪਿਤਾ ਜੀ ਦੀ ਇੱਛਾ ਸੀ ਕਿ ਇਹ ਚੰਗਾ ਪੜ੍ਹਨ ਲਿਖਣ, ਚੰਗੀ ਪੜ੍ਹਾਈ ਕਰ ਸਕਣ, ਕੁਛ ਬਣ ਜਾਣ, ਕਿਉਂਕਿ ਉਹ ਖੁਦ ਆਪ ਲਾਹੌਰ ਤੋਂ ਟੋਪਰ ਰਹੇ ਸੀਗੇ
10ਵੀਂ ਕਰਨ ਵੇਲੇ। ਔਰ ਇਸ ਕਰਕੇ ਆਣ ਕੇ ਉਹਨਾਂ ਨੇ ਵਿੱਦਿਆ ਦੇ ਲਈ ਆਣ ਕੇ ਸਾਨੂੰ ਮੋਗੇ ਲਿਆਂਦਾ। ਪਰ 48 'ਚ ਅਸੀਂ ਮੋਗੇ ਆਏ ਜਦੋਂ ਆਣ ਕੇ, ਉਸ ਤੋਂ ਬਾਅਦ ਆਣ ਕੇ ਉਸ ਵੇਲੇ ਦੀ ਸਰਕਾਰ ਨੇ ਆਣ ਕੇ 48 49 ਕਮਿਊਨਿਸਟ ਹੋਣ ਦੇ ਨਾਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਔਰ ਉਹ ਸਾਡੀ ਰੋਟੀ ਪਾਣੀ ਦਾ ਜ਼ਰੀਆ ਜਿਹੜਾ ਸੀ ਉਹ ਬਹੁਤ ਜ਼ਿਆਦਾ ਘੱਟ ਗਿਆ। ਮੇਰੇ ਚਾਚਾ ਜੀ ਦੀ ਮੌਤ ਹੋ ਗਈ, ਉਹ TB ਉਹਨਾਂ ਨੂੰ ਹੋ ਗਈ ਸੀਗੀ। ਤਾਂ ਮੈਨੂੰ ਇੰਨਾ ਖੁਸ਼ੀ ਵੀ ਹੈ ਤਾਂ ਦੱਸਣ ਵਿੱਚ ਆਣ ਕੇ ਕਿ ਈਵਨ ਬੀਬੀ ਗੁਰਦੁਆਰਾ ਸਾਹਿਬ ਵਾਲੇ ਜਿਹੜੇ ਅਮਰ ਕੌਰ ਜੀ ਸੀ, ਉਹ ਮੇਰੇ ਦੂਰੋਂ ਨੇੜੇ ਰਿਸ਼ਤੇਦਾਰ 'ਚੋਂ ਭੂਆ ਲੱਗਦੇ ਸੀਗੇ। ਉਹਨਾਂ ਨੂੰ ਪਤਾ ਲੱਗਾ ਕਿ ਮੇਰੇ ਭਤੀਜੇ ਭੁੱਖੇ ਰਹਿ ਰਹੇ ਨੇ, ਤਾਂ ਭੁੱਖੇ ਰਾਤ ਨੂੰ ਸੌਂਦੇ ਨੇ, ਤਾਂ ਉਹਨਾਂ ਨੇ ਗੁਰਦੁਆਰੇ 'ਚ ਰੋਟੀ ਭੇਜਣੀ ਮੇਰੇ ਲਈ ਸ਼ੁਰੂ ਕਰਤੀ, ਸਾਡੇ ਪਰਿਵਾਰ ਲਈ। ਸਾਡਾ ਛੋਟਾ ਜਿਹਾ ਪਰਿਵਾਰ, ਉਦੋਂ ਅਸੀਂ ਉੱਥੇ ਰਹਿੰਦੇ ਸੀ। ਸਾਡੀਆਂ 3 ਭੈਣਾਂ ਤਾਂ ਵਿਆਹੀਆਂ ਜਾ ਚੁੱਕੀਆਂ ਸੀਗੀਆਂ ਮੇਰੀਆਂ, ਅਤੇ 2 ਭਰਾ ਅਸੀਂ ਉੱਥੇ ਰਹਿੰਦੇ ਸੀਗੇ, 2 ਛੋਟੀਆਂ ਭੈਣਾਂ ਸੀ ਮੇਰੀਆਂ। ਤਾਂ ਮਤਲਬ ਇਸ ਦੇ ਤੌਰ 'ਤੇ ਆਣ ਕੇ ਉਹਨਾਂ ਨੇ ਸਾਡੀ ਮਤਲਬ ਸੇਵਾ ਮਤਲਬ ਇਸ ਤਰ੍ਹਾਂ ਵੀ ਕਰਨ ਦੀ ਕੋਸ਼ਿਸ਼ ਕੀਤੀ। ਔਰ ਭਾਈ ਸਾਹਿਬ ਨੇ ਆਣ ਕੇ 17 ਸਾਲ ਦੀ ਉਮਰ ਵਿੱਚ ਹੀ ਬੱਸ ਕੰਡਕਟਰ ਬਣੇ। ਬੱਸ ਕੰਡਕਟਰ ਬਣ ਕੇ ਆਣ ਕੇ ਫਿਰ ਮਤਲਬ ਉਹਨਾਂ ਨੂੰ ਕੰਡਕਟਰ ਬਣਾਇਆ ਗਿਆ। ਅਤੇ ਜਦੋਂ ਉਹਨਾਂ ਨੇ ਬਾਅਦ ਦੇ ਵਿੱਚ ਆਣ ਕੇ ਵੀ ਆਪਦੀ ਐਜੂਕੇਸ਼ਨ ਸਿੱਖਿਆ ਜਿਹੜੀ ਹੈ ਉਹਨਾਂ ਨੂੰ ਉਸ ਤਰ੍ਹਾਂ ਸਿੱਖਿਆ ਚੰਗੀ ਹੋਣ ਕਰਕੇ, ਕਿਉਂਕਿ ਫਸਟ ਡਿਵੀਜ਼ਨ ਸੀ ਉਹ ਲਗਾਤਾਰ, ਇਸ ਲਈ ਉਹਨਾਂ ਨੂੰ ਬਠਿੰਡੇ ਨੌਕਰੀ ਮਿਲ ਗਈ RMS 'ਚ, ਰੇਲਵੇ ਮੇਲ ਸਰਵਿਸ 'ਚ। ਰੇਲਵੇ ਮੇਲ ਸਰਵਿਸ ਨੂੰ ਸਾਡੇ ਬਠਿੰਡੇ ਆਉਣਾ ਪਿਆ। ਔਰ ਉਸ ਵੇਲੇ ਮੈਂ ਆਣ ਕੇ ਮੋਗੇ 7ਵੀਂ MDS ਸਕੂਲ 'ਚੋਂ ਕੀਤੀ ਸੀਗੀ। ਔਰ 7ਵੀਂ ਕਰਨ ਤੋਂ ਬਾਅਦ ਮੈਂ 8ਵੀਂ SSG ਸਕੂਲ 'ਚ ਕੀਤੀ, 10ਵੀਂ ਕੀਤੀ, ਰਜਿੰਦਰਾ ਕਾਲਜ 'ਚ FSC ਕੀਤੀ। ਫਿਰ ਮੈਂ ਹੌਲੀ ਹੌਲੀ FSC ਕਰਦਾ ਹੀ ਸੀ, ਕਰਕੇ ਹਟਿਆ ਹੀ ਸੀਗਾ ਕਿ ਮੇਰੀ ਉੱਥੇ ਵੀ ਜਿਹੜਾ ਲਗਾਤਾਰ ਫਸਟ ਡਿਵੀਜ਼ਨ ਆਉਣ ਕਰਕੇ ਮੈਨੂੰ ਇੱਕ ਐਪਲੀਕੇਸ਼ਨ ਦੇ ਉੱਤੇ ਦਿੱਲੀ ਬੁਲਾ ਲਿਆ ਗਿਆ ਕਿ ਤੇਰੀ ਨੌਕਰੀ ਹੈ, ਤੂੰ ਫਟਾਫਟ ਪਹੁੰਚ ਆਪਦਾ ਇੰਟਰਵਿਊ ਦੇ। ਪਰ ਮੈਨੂੰ ਹੈਰਾਨੀ ਹੋਈ ਕਿ ਉਸ ਇੰਟਰਵਿਊ 'ਚ ਮੈਂ ਜਦੋਂ ਗਿਆ ਤਾਂ ਮੈਨੂੰ ਉੱਥੋਂ ਹੀ ਸਹਾਰਨਪੁਰ ਟ੍ਰੇਨਿੰਗ ਲਈ ਭੇਜ ਦਿੱਤਾ ਗਿਆ, ਮੈਨੂੰ ਘਰ ਵੀ ਵਾਪਸ ਨਹੀਂ ਆਉਣ ਦਿੱਤਾ ਗਿਆ। ਔਰ ਮੇਰੀ ਆਣ ਕੇ ਕੁਆਲੀਫਿਕੇਸ਼ਨ ਦੇ ਕੇ ਸੁਪਰਡੈਂਟ ਨੇ ਮੈਨੂੰ ਉੱਥੋਂ ਭੇਜ ਕੇ ਆਣ ਕੇ, ਅਤੇ ਮੈਂ ਇੱਥੇ ਆਣ ਕੇ RMS 'ਚ ਮੈਂ ਲੱਗਿਆ। 1960 ਤੋਂ 68 ਤੱਕ ਕਿਉਂਕਿ ਜਿਵੇਂ ਇਨਕਲਾਬੀ ਖੂਨ ਪਿਤਾ ਜੀ ਦਾ ਸੀਗਾ, ਉਹ ਇੱਕ ਅੰਦਰ ਵਸਿਆ ਹੋਇਆ ਸੀਗਾ। ਅਤੇ ਮੈਂ ਉੱਥੇ ਆਣ 1963 64 'ਚ ਇੱਕ ਯੂਨੀਅਨ ਬਣਾ ਦਿੱਤੀ। ਔਰ ਮੇਰਾ ਬੜਾ ਮਜ਼ਾਕ ਉਡਾਇਆ ਗਿਆ ਕਿ ਯੂਨੀਅਨ ਤਾਂ ਇੱਥੇ ਕੋਈ ਚਲਾ ਹੀ ਨਹੀਂ ਸਕਦਾ, ਤੂੰ ਕਿੱਥੋਂ ਚਲਾ ਲੇਗਾ। ਪਰ ਉਹ ਯੂਨੀਅਨ ਇਹੋ ਜਿਹੀ ਚਲਾਈ ਕਿ 1968 ਦੀ ਹੜਤਾਲ ਅੱਜ ਤੱਕ ਮਸ਼ਹੂਰ ਹੈ ਕਿ ਜਿਹੜੀ ਬਠਿੰਡੇ ਨੇ ਜੋ ਕੀਤੀ ਜਾਂ ਪਠਾਨਕੋਟ ਵਿੱਚ ਹੋਈ ਹੈ। ਮੇਰੇ ਅੰਡਰ 11 ਯੂਨੀਅਨ ਸੀਗੀਆਂ ਸੈਂਟਰ ਦੀਆਂ, ਇਨਕਮ ਟੈਕਸ ਵਾਲੇ ਵੀ ਸੀ, PNT ਵਾਲੇ ਵੀ ਸੀਗੇ, ਟੈਲੀਫੋਨ ਵਾਲੇ, ਐਕਸਚੇਂਜ ਵਾਲੇ ਸਾਰੇ ਸੀਗੇ, ਔਰ RMS ਰੇਲਵੇ ਸਾਰੇ ਸੀਗੇ। ਔਰ ਅਸੀਂ ਇੱਥੇ ਲਗਾਤਾਰ ਜਿਹੜਾ ਹੈਗਾ ਗੱਡੀਆਂ ਨੂੰ ਸਵੇਰੇ 7 ਤੋਂ 6 ਵਜੇ ਤੋਂ ਲੈ ਕੇ ਆਣ ਕੇ 12-1 ਵਜੇ ਤੱਕ ਚੱਲਣ ਨਹੀਂ ਦਿੱਤਾ ਆਣ ਕੇ। ਅਤੇ ਸਾਨੂੰ 99 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਉਹਨਾਂ 'ਚ ਮੈਂ ਗ੍ਰਿਫਤਾਰੀ ਵੀ ਦੇਣੀ ਪਈ ਮੈਨੂੰ ਆਣ ਕੇ, ਪਰ ਨਾਲ ਮੇਰਾ ਕੰਮ ਵੀ ਚੱਲਦਾ ਸੀ। ਪਰ ਸ਼ੌਕ ਮੈਨੂੰ ਪੜ੍ਹਾਉਣ ਦਾ ਫਿਰ ਵੀ ਹੁੰਦਾ ਸੀ। ਉਸ ਵੇਲੇ ਮੈਂ ਪੜ੍ਹਾਉਣ ਦਾ ਜਾਣੀ ਕਿ ਉੱਥੋਂ ਆਣ ਕੇ ਮੈਨੂੰ ਸਸਪੈਂਡ, ਸਭ ਤੋਂ ਪਹਿਲਾਂ ਬਠਿੰਡੇ 'ਚ ਸਸਪੈਂਡ ਹੋਣ ਵਾਲਾ ਮੈਂ ਸੀ, ਸਭ ਤੋਂ ਪਹਿਲਾਂ ਹੋਇਆ। ਹੋਰ ਕਿ ਹੌਲੀ ਹੌਲੀ ਹੋਰ ਬੰਦੇ ਵੀ ਸਾਡੇ ਹੋਏ, ਪਰ ਦੂਜਿਆਂ ਨੂੰ ਹੌਲੀ ਹੌਲੀ ਸਰਵਿਸ 'ਤੇ ਵਾਪਸ ਲਿਆ। ਅਤੇ ਮੇਰੀਆਂ ਟਰਾਂਸਫਰਾਂ ਕਦੇ ਸ਼ਿਮਲੇ ਕਦੇ ਕਿਤੇ ਬਾਹਰ ਕਰਦੇ ਰਹੇ ਨੇ। ਅਤੇ ਪਰ ਮੈਂ ਇੱਥੇ ਪੜ੍ਹਾਉਣ ਦਾ ਟਿਊਸ਼ਨ ਵਰਕ ਕਰਨਾ ਸ਼ੁਰੂ ਕਰ ਦਿੱਤਾ। ਟਿਊਸ਼ਨ ਵਰਕ ਨਾਲ ਘਰ ਦਾ ਜਿਹੜਾ ਸੀ ਰੋਟੀ ਪਾਣੀ ਚਲਾਉਣੀ ਸ਼ੁਰੂ ਕੀਤੀ। ਕਿਉਂ ਪਿਤਾ ਜੀ ਦਾ ਪਾਸਾ ਮਾਰਿਆ ਜਾ ਚੁੱਕਾ ਸੀ, ਉਹਨਾਂ ਨੂੰ ਵੀ ਸੰਭਾਲਣਾ ਹੁੰਦਾ ਸੀ ਮੈਂ। ਔਰ ਉਹਨਾਂ ਦੇ ਕਰਕੇ ਉਹਨਾਂ ਦੀ ਇਨਕਲਾਬੀ ਸਪਿਰਿਟ ਮੇਰੇ 'ਚ ਲਗਾਤਾਰ ਕੰਮ ਕਰਦੀ ਰਹੀ। ਉਹਨਾਂ ਨੇ ਆਪਣੀ ਸਾਰੀ ਜੀਵਨੀ ਮੈਨੂੰ ਦੱਸਦੇ ਰਹੇ। ਮੇਰੇ ਖਿਆਲ 'ਚ ਮੇਰੇ ਪਰਿਵਾਰ 'ਚ ਕਿਸੇ ਹੋਰ ਜੀ ਨਹੀਂ ਪਤਾ ਹੋਣਾ ਜਿੰਨਾ ਕਿ ਮੈਨੂੰ ਪਤਾ ਸੀ। ਕਿਵੇਂ ਉਹ ਪਨਾਮਾ ਗਏ ਅਤੇ ਪਨਾਮਾ ਪਹੁੰਚ ਕੇ ਆਣ ਕੇ ਬਾਗਾਂ ਦੇ ਠੇਕੇ ਲਏ ਨੇ, ਅਤੇ ਉੱਥੇ ਆਣ ਕੇ ਅੰਗਰੇਜ਼ ਲੋਕ ਇਹਨਾਂ ਨੂੰ ਇੰਚਾਰਜ ਉਹਨਾਂ ਨੇ ਬਣਾਤਾ ਵੀ ਪੜ੍ਹਿਆ ਲਿਖਿਆ ਬੰਦਾ ਹੈਗਾ। ਉਹ ਕਹਿ ਕੇ ਮਿਸਟਰ ਹਿੰਦੀ ਗੈਟ ਦੀ ਲੇਬਰ ਡਨ, ਹਾਂਜੀ, ਉਹਨਾਂ ਨੂੰ ਲੇਬਰ ਦਾ ਇੰਚਾਰਜ ਬਣਾ ਦਿੱਤਾ। ਅਤੇ ਉੱਥੇ ਹਿੰਦੀ ਪੈ ਗਿਆ। ਔਰ ਉਹ ਤਖੱਲਸ ਅੱਜ ਤੱਕ ਚੱਲਦਾ ਆ ਰਿਹਾ ਹੈ ਕਿ ਬਿਸ਼ਨ ਸਿੰਘ ਹਿੰਦੀ ਲਗਾਤਾਰ ਹਿੰਦੀ ਲਫ਼ਜ਼ ਦੇ ਨਾਲ ਜੁੜ ਗਿਆ ਹੈਗਾ। ਔਰ ਉਸ ਤੋਂ ਬਾਅਦ ਉਹ ਲਗਾਤਾਰ ਮੇਰੇ ਪਿਤਾ ਜੀ ਜਿਹੜੇ ਨੇ ਗਦਰ ਗੂੰਜ ਅਖਬਾਰ ਦੇ ਐਡੀਟਰ ਵੀ ਰਹੇ। ਗਦਰ ਗੂੰਜ ਅਖਬਾਰ ਦਾ ਜਿਹੜੀ ਸੈਨ ਫਰਾਂਸਿਸਕੋ ਜਦੋਂ ਬਣਾਇਆ ਗਿਆ ਹੈ, ਤਾਂ ਉੱਥੇ ਆਣ ਕੇ ਉਹ ਉਹਨਾਂ 'ਤੇ ਕੇਸ ਵੀ ਚੱਲਿਆ, ਜਿਹੜਾ ਹਿੰਦੂ ਸਾਜ਼ਿਸ਼ ਕੇਸ ਬੜਾ ਮਸ਼ਹੂਰ ਹੈ। ਉਹਦੀਆਂ ਕਾਪੀਆਂ ਪਈਆਂ ਮੇਰੇ ਕੋਲ ਪਨਾਮਾ ਤੋਂ ਆਈਆਂ ਹੋਈਆਂ ਕਿ ਜਿਹਦੇ ਵਿੱਚ ਉਹਨਾਂ ਨੂੰ 9 ਮਹੀਨੇ ਦੀ ਕੈਦ ਹੋਈ। ਔਰ ਇੱਥੋਂ ਤੱਕ ਹੈ ਕਿ ਭਗਵਾਨ ਸਿੰਘ ਉਸ ਵੇਲੇ ਪ੍ਰਧਾਨ ਸੀਗਾ, ਹਾਂਜੀ, ਭਗਵਾਨ ਸਿੰਘ ਨੂੰ ਆਣ ਕੇ ਸਗੋਂ 6 ਮਹੀਨੇ ਦੀ ਹੋਈ, ਇਹਨਾਂ ਨੂੰ 9 ਮਹੀਨੇ ਦੀ ਹੋਈ ਸੀਗੀ। ਇੱਦਾਂ ਜੇਲ੍ਹਾਂ ਇਹਨਾਂ ਨੇ ਉੱਥੇ ਕੱਟੀਆਂ। ਜੇਲ੍ਹਾਂ ਕੱਟਣ ਤੋਂ ਬਾਅਦ ਜਦੋਂ ਇਹ ਵਾਪਸ ਆਏ ਤਾਂ ਇਹਨਾਂ ਨੇ ਸਮੁੰਦਰੀ ਜਹਾਜ਼ ਦੇ ਇੱਕ ਮਾਲਕ ਨੂੰ ਕਿਹਾ, ਜਿਹੜਾ ਉਹਨਾਂ ਦਾ ਚਲਾਉਣ ਵਾਲਾ ਸੀਗਾ, ਕਿ ਵੀ ਮੈਂ ਇੱਦਾਂ ਜਾਣਾ ਚਾਹੁੰਦਾ, ਮੈਨੂੰ ਕਿਸ ਤਰ੍ਹਾਂ ਲਿਜਾ ਸਕਦਾ। ਕਿਉਂਕਿ ਸਾਡੇ ਤੋਂ ਬੈਨ ਲੱਗ ਗਿਆ ਵੀ ਹਿੰਦੁਸਤਾਨ ਨਹੀਂ ਵੜ ਸਕਦੇ, ਕਿਉਂਕਿ ਹਿੰਦੁਸਤਾਨ ਦੀ ਸਰਕਾਰ ਦਾ ਅਤੇ ਅਮਰੀਕਾ ਦੀ ਸਰਕਾਰ ਦਾ ਸਮਝੌਤਾ ਸੀ ਕਿ ਇਹਨਾਂ ਇਨਕਲਾਬੀ ਜਿਹੜੇ ਕਿ ਬਗਾਵਤ ਕਰਨਾ ਚਾਹੁੰਦੇ ਹੈ ਹਿੰਦੁਸਤਾਨ 'ਚ ਬ੍ਰਿਟਿਸ਼ ਦੇ ਖਿਲਾਫ, ਉਹਨਾਂ ਨੂੰ ਵੜਨ ਨਹੀਂ ਦੇਣਗੇ। ਇਹ ਇੱਕ ਮੁਸਲਮਾਨ ਦੇ ਰੂਪ ਦੇ ਵਿੱਚ ਬਣ ਕੇ ਉਹਦੇ ਨਾਲ ਇੱਕ ਸਰਵਿਸਮੈਨ ਬਣ ਕੇ ਆਣ ਕੇ ਉਹਨਾਂ ਨੇ ਜਦੋਂ ਬੰਬੇ ਉਤਰੇ ਨੇ, ਮਤਲਬ ਜਦੋਂ ਵਾਪਸ ਆਏ ਨੇ, ਅਤੇ ਵਾਪਸ ਆਣ ਕੇ ਪਿੰਡ ਪਹੁੰਚ ਗਏ ਨੇ। ਪਤਾ ਨਹੀਂ ਲੱਗਾ ਸਰਕਾਰ ਨੂੰ ਆਣ ਕੇ 3 ਮਹੀਨੇ ਤੋਂ ਬਾਅਦ ਪਤਾ ਲੱਗਾ ਜਦੋਂ ਸਰਕਾਰ ਨੂੰ ਆਣ ਕੇ ਇਹਨਾਂ ਨੂੰ ਆਣ ਕੇ ਫੜ ਕੇ ਲੈ ਕੇ ਗਏ, ਲਾਹੌਰ ਲੈ ਗਏ, ਅਤੇ ਇਹਨਾਂ ਦੀ ਛਾਤੀ ਦੇ ਗੁੜ ਲਾ ਕੇ
कीड़े छड्डे गए तो बड़ा खून निकलता रहा इनके और इत्थों तक करके कुर्बानियाँ देंदे रहे। और उस तो बाद देश आज़ाद जो हो गया 48-49 जो तेलंगाना मूवमेंट चली है उस वेले जो कम्यूनिस्ट पार्टी 'ਚ दाखिल हो गए थे उन्होंने गिरफ्तार कर लिया गया। तो असी साडे चाचा जी जिहड़े जिन्हां दे सिर ते साडी रोटी पानी माड़ी मोटी चलती सी वो रोटी पानी भी साडी बंद हो गई। और उन्होंने चाचा जी दे जानी कि डैथ तो बाद आन के साडे जिहड़े भूआ जी सीगे ਉਹ एक बीबी जी गुरुद्वारे जोड़ा अजे भी अमन कौर बीबी का गुरुद्वारा वजदा है अजे भी कायम है पुराने मोगे च मोगा मेला सिंह उत्थे मोगा मेला सिंह जो गुरुद्वारा सीगा वो बीबी साडे दूरों भूआ लगन करके वो साडे उन्होंने आन के रोटी भेजनी सानू शुरू की और असी कुछ रोज़ चलाया। इन्ने चिर जब भाई साहब ने 10वीं पास करके 17 साल की उम्र से जो बस कंडक्टर किए और आखिर वो वैसे प्रिंसीपल रिटायर हुए गुरु काशी यूनिवर्सिटी कॉलेज तलवंडी साहब उत्थे आन के पढ़ाई उन्होंने भी बड़ी दिलचस्पी सी पर उन्होंने दिलचस्पी सिर्फ पढ़ाई च दी रही है। RMS भी काम किया फिर उत्थे भी रहे ने प्रिंसीपल के तौर पर रिटायर होए ने और उन्होंने मदद सी। लेकिन मेरी सीगा भी मैं आपके ब्रदर तो ज़्यादा सिक्ख्या प्राप्त करनी है। मेरे मन च एक चेष्टा रही उन्होंने कहा मैं एक MA कर ली है मैं मगर लग के दूजी कर ली उन्होंने दूजी इकनॉमिक्स की कर ली मैं तो एक होर करूँगा। फिर मैनू ये सी मैं तो वध MA करनिया ने मैं 3 MA की MA पंजाबी MA इंग्लिश MA पोलीटिकल साइंस ऑनर्स B.Ed प्रज्ञा हिंदी की इलाहाबाद बोर्ड तो मतलब इदा मेरा सिक्ख्या वाला झुका रहा पर नाल मैं पढ़ाउंदा रहा। 1968 की जी हड़ताल हुई सी सेंट्रल गौरमेंट एम्पलाइज़ की उस हड़ताल दे विच मेरा नंबर 1 सी क्योंकि मैं कन्वीनर सी सारी यूनियन का 11 यूनियन जो सेंटर मुलाजम आते सी तो मैनू आन के उत्थे सब तो पहला सस्पेंड कर दिता गया। फिर मेरी सस्पेंशन लगातार चलती रही कुछ चिर बाहर आन के मैनू टर्मीनेशन भी हो गई तो मतलब सारा कुछ चलता रहा। पर मैं पढ़ाउंदा उदों शुरू करता सी जो मैं क्यों करदा गुजारा चलाउणा बड़ा औखा सी। पिता जी का पासा मारिया जा चुका सी वड्डे भाई साहब सिर उत्थे सी कुछ चिर मेरी मदद जिन्नी कर सकदे करते रहे पर नाल ज़्यादा वड्डा जरा बोझ वो मेरे ते बठिंडे सी वो उत्थे तलवंडी रहिंदे सी तो मतलब मैं अपनी पढ़ाई भी नाल करता रहा और हौली हौली मैं MA इंग्लिश वगैरह अपने आप की है किसी तो गाइडेंस ली। और एक उस वेले बठिंडे में MA का कोई सेंटर ही नहीं हुंदा सीगा MA की पढ़ाई का कोई गाइडेंस ही नहीं हुंदी सी। मैं फरीदकोट जाके पेपर दे के आंदा सीगा। मैं MA ने कीतियां MA पंजाबी की MA इंग्लिश की जदों तो MA पोलीटिकल साइंस वेले जरूर बठिंडे का सेंटर बनया हैगा और मतलब ये करके मेरी ऑनर्स वगैरह मैं पहला कर चुका सीगा। तो ये सारी मेरी जी सिक्ख्या जी वो रही है। और मैं हैरान हाँ कि भी मैं 1968 तो 71 तक पहला एक किराए की इमारत के उत्ते जोड़ा पोस्ट ऑफिस गली नंबर नवीं बस्ती उपर वो उपर चुबारा सोच पढ़ाता रहा। फिर पब्लिक लाइब्रेरी 1971 तो यह किराए पर लिया। ये जी बिल्डिंग 1971 तो हुण मेरे को ही है और 1975 तो मेरे नाँ से हो गई सी और 75 तो लैके हुण तक मैं किराया दे के इत्थे बैठा है। और मैनू याद आता है कि बीबी अमरजीत कौर DO जी कि अपने MLA साहब ने उन्होंने पत्नी है उन्हें एक बारी बोलद्या होया साढ़े समागम क्योंकि सारे बठिंडे के स्कूल वाले ने मैंने अपना चेयरमैन जब बनाया होया है अपनी मर्जी नाल तो उत्थे बोलद्या हाँ उन्होंने मैंने कहा कहते भी असी मैं जो पढ़ती सी बीबी अमरजीत कौर ने कहा कि उस वेले बठिंडे 2 कॉलेज सीगे एक रजिंद्रा कॉलेज तो एक फुलवाड़ी कॉलेज कई दा फुलवाड़ी कॉलेज सी जिथे कि पोस्ट ग्रैजुएट दी क्लासेस चलती सी। मैं MA पंजाबी तो उदों शुरू करती सी क्योंकि मैं आप MA की सी। पिता जी मेरे दी 1974 डैथ हो जाती है पर उदों मैनू सदमा जरूर लगा पर उदों मैं इंग्लिश MA के पेपर दे रहा सीगा पेपर भी दिते चलो वो भी पास की उदों बाद पोलीटिकल साइंस भी पास की 1982 मेरी माता जी की डैथ हो गई। मैं तो माँ बाप नूं अपने रब तो पहला रूप बनता है कि मेरा पहला रब मेरे माँ बाप ने जिन्होंने मैनू इस संसार दिखाया और रब उस तो उच्चा हो सकता है उस तो वड्डा हो सकता है पर मेरे दृष्टमान जोड़ा रब मेरे माँ बाप ने जिन्होंने तो मैं सिक्ख्या दी है। जी एक लंबे संघर्ष की कहानी जिहड़ी हैगी असीं सुनी सरदार जगदीश सिंह कई होरां तो। सर तुसीं इन्ने लंबे संघर्ष दे विच कहा कि मैं पढ़दा भी रहा पढ़ाउंदा भी रहा है ना तां नो डाउट कि तुहाडे स्टूडेंट्स अज हर गली महल्ले दे विच जिहड़े हैगे तुहानूं ऐ करते होणगे या ऐ करते होणगे कुछ भी करते होणगे सत श्री अकाल आदाब नमस्कार जिहड़ा हैगा वो चलदा रहिंदा होऊगा। सर कोई ऐसा स्टूडेंट जिहदा तुसीं अज नाम लैणा चाहुंदे होवो कि हाँ जिहड़ा हैगा इन्हां स्टूडेंट्स ते अज मैनूं माण है? बीबा मैं तुहानूं दसदा आण के भी मेरे ख्याल च बठिंडे दे विच ही इस वेले 3-4 स्टूडेंट जिहड़े गजटेड अफसर इस वेले ही लगे हुए ने जिवें DO तगड़ है ये स्टूडेंट है मेरा ठीक है HS तगड़ है। इस तरह ETO रिटायर है जोड़े 2-3 महीने पहला हाँ जी वो मेरा विद्यार्थी है चौहान। इस तरह आन के
ਵੇਦ ਮਿੱਤਲ ਹੈ ਜਿਹੜਾ ਪੁੱਡਾ ਦਾ ਪਹਿਲਾਂ ਯੂ ਰਿਹਾ ਅਤੇ ਅੱਜ ਕੱਲ੍ਹ ਮੌੜ SDM ਹੈ, ਉਹ ਵੀ ਮੇਰਾ ਸਟੂਡੈਂਟ ਹੀ ਹੈ। ਇਸੇ ਤਰ੍ਹਾਂ ਜਿਹੜਾ DIG ਰਿਟਾਇਰ ਹੋਇਆ ਮਿੱਤਲ, ਉਹ ਵੀ ਮੇਰਾ ਸਟੂਡੈਂਟ ਹੈ। ਇਸੇ ਤਰ੍ਹਾਂ AGM ਅਸਿਸਟੈਂਟ ਜਨਰਲ ਮੈਨੇਜਰ ਜਿਹੜਾ NFL ਦਾ ਰਿਟਾਇਰ ਹੋਇਆ ਮਿੱਤਲ, ਉਹ ਵੀ ਮਿੱਤਲ ਹੈ, ਉਹ ਵੀ ਮੇਰਾ ਵਿਦਿਆਰਥੀ ਹੈ। ਮਤਲਬ ਮੈਂ ਇੱਦਾਂ ਇੱਕ ਵਾਰ ਮੈਨੂੰ ਯਾਦ ਚੰਗੀ ਤਰ੍ਹਾਂ ਕਿ ਮੈਨੂੰ ਫਿਰੋਜ਼ਪੁਰ ਤੋਂ ਮੇਰੇ ਰਿਸ਼ਤੇਦਾਰਾਂ ਸੁਨੇਹਾ ਆਇਆ ਵੀ ਇੱਕ ਬੰਦਾ ਬਠਿੰਡੇ ਦਾ ਹੈ, ਉਹ ਤੁਹਾਨੂੰ ਜਾਣਦਾ ਹੈਗਾ ਅਤੇ ਤੁਸੀਂ ਮੇਰੀ ਸਿਫਾਰਿਸ਼ ਕਰ ਦਿਓ। ਉਹਦੇ ਕਿਸੇ ਕੇਸ ਦੀ ਸਿਫਾਰਿਸ਼ ਕਰਨੀ ਸੀ ਤਾਂ ਗਨਾਇਆ, ਕਹਿੰਦਾ ਜੀ ਮੈਂ ਤਾਂ ਤੁਹਾਡੇ ਕੋਲ ਪੜ੍ਹਦਾ ਰਿਹਾ, ਉਹ SDM ਸੀਗਾ। ਅਤੇ ਮੈਨੂੰ ਮਤਲਬ ਹੁਣ ਨਾਂ ਵੀ ਨਹੀਂ ਇੰਨੇ ਕੁ ਯਾਦ ਹੈਗੇ ਜਿੰਨੇ ਕਿ ਮੈਂ ਕਹਿ ਸਕਾਂਗੇ ਕਿ ਅਣਗਿਣਤ ਵਿਦਿਆਰਥੀ ਗਜ਼ਟਡ ਅਫਸਰ ਦਾ ਮੇਰਾ ਹਜ਼ਾਰਾਂ ਦੀ ਗਿਣਤੀ 'ਚ ਹੋਣੇ ਆ, ਅਤੇ ਦੂਜੇ ਵਿਦਿਆਰਥੀ ਮੇਰੇ ਕੋਲ ਬਠਿੰਡੇ ਸ਼ਹਿਰ ਵਿੱਚ ਆਣ ਕੇ ਸ਼ਾਇਦ ਕੋਈ ਕੋਨਾ ਨਹੀਂ ਹੋਣਾ। ਮੈਨੂੰ ਬੀਬੀ ਅਮਰਜੀਤ ਕੌਰ ਜਿਹੜੀ DO ਹੈ, ਉਹਨਾਂ ਦੇ ਪਤੀ ਜਿਹੜੇ MLA ਦੀ ਸੀਟ ਲੜ ਚੁੱਕੇ ਨੇ, ਹਾਂਜੀ, ਉਹ ਵੀ, ਔਰ ਧੰਨਾ ਸਿੰਘ ਗੁਲਸ਼ਨ ਦਾ ਜਿਹੜਾ ਜਵਾਈ ਹੈ, ਜਿਹੜਾ DRDO ਰਿਟਾਇਰ ਹੋਇਆ ਡਿਸਟ੍ਰਿਕਟ ਰੈਵਨਿਊ ਡਿਪਾਰਟਮੈਂਟ 'ਚੋਂ, ਉਹ ਵੀ ਮੇਰਾ ਵਿਦਿਆਰਥੀ ਰਿਹਾ। ਉਹਨੇ ਆਪਦੇ ਵਿਆਹ ਦਾ ਕਾਰਡ ਵੀ ਮੇਰੇ ਨਾਂ 'ਤੇ ਛਪਾਇਆ ਸੀ। ਇੱਥੋਂ ਤੱਕ ਮਤਲਬ ਉਹਨੇ ਗਲਤੀ ਕੀਤੀ ਸੀਗੀ ਕਿ ਮਾਂ ਪਿਓ ਦੇ ਨਾਂ 'ਤੇ ਨਹੀਂ ਭਜਾਇਆ। ਮੈਨੂੰ ਗੁੱਸਾ ਸੀ ਇਸ ਗੱਲ ਦਾ, ਪਰ ਉਹਨੇ ਕਿਹਾ ਨਹੀਂ, ਮੇਰੇ ਲਈ ਤੁਸੀਂ ਸਭ ਬਹੁਤ ਕੁਛ ਹੋ, ਮੈਨੂੰ ਤੁਸੀਂ ਟ੍ਰੇਨਿੰਗ ਦੇ PCS ਲਈ ਭੇਜਿਆ ਸੀਗਾ ਅਤੇ ਮੈਂ ਤੁਹਾਡੇ ਕਹਿਣ 'ਤੇ ਗਿਆ ਸੀ ਬਠਿੰਡੇ ਟੈਲੀਫੋਨ ਐਕਸਚੇਂਜ 'ਚੋਂ, ਨਹੀਂ ਤਾਂ ਮੈਂ ਇੱਥੇ ਹੀ ਕੰਮ ਕਰਦਾ ਰਹਿ ਜਾਣਾ ਸੀਗਾ। ਮਤਲਬ ਇਸ ਤਰ੍ਹਾਂ ਦੇ ਮੇਰੇ ਸੰਬੰਧ ਜਿਹੜੇ ਨੇ ਇਹਨਾਂ ਨੇ ਕੀਤੇ। ਔਰ ਪੁਲਿਸ ਦੇ ਕਈ ਇੰਸਪੈਕਟਰ ਵਗੈਰਾ ਜਿਹੜੇ ਨੇ, ਉਹ ਤਾਂ ਮੈਨੂੰ ਇੱਥੋਂ ਤੱਕ ਮਤਲਬ ਅਜੇ ਤੱਕ ਜਦੋਂ ਮਿਲਦੇ ਨੇ ਅਤੇ ਅਜੇ ਵੀ ਉਹਨਾਂ ਦੀ ਮੇਰੀ ਅਦਬ ਨਾਲ ਮੇਰੇ ਨਾਲ ਗੱਲਬਾਤ ਹੁੰਦੀ ਹੈ। ਬਹੁਤ ਸਾਰੇ ਕਈਆਂ ਥਾਂ 'ਤੇ ਮੇਰਾ ਸਿਰਫ ਨਾਮ ਵੀ ਹੀ ਪ੍ਰਚਲਿਤ, ਅੱਜ ਵੀ ਜਿਹੜਾ SSB ਆਫਿਸ 'ਚ 3-4 ਮਤਲਬ ਜਿਹੜੇ ਨੇ ਆਫਿਸਰਸ ਨੇ, ਉਹ ਮੇਰੇ ਸਟੂਡੈਂਟਸ ਹੀ ਲੱਗੇ ਹੋਏ ਨੇ। ਇਸ ਤਰ੍ਹਾਂ ਮੈਂ ਕਹਿ ਸਕਦਾ ਹਾਂ ਕਿ ਵੀ ਸ਼ਾਇਦ ਮੈਂ ਤੁਹਾਨੂੰ ਦੱਸਿਆ ਕਿ RPF ਦਾ ਇੰਚਾਰਜ ਦਿੱਲੀ ਵਿੱਚੋਂ ਜਿਸ ਨੇ ਆਣ ਕੇ ਮੈਨੂੰ ਗੱਡੀ ਤੋਂ ਚੜ੍ਹਨ ਤੋਂ ਰੋਕ ਲਿਆ, ਮੈਂ ਹੈਰਾਨ ਸੀ ਕਿ ਮੈਨੂੰ ਮੇਰੀ ਤਲਾਸ਼ੀ ਲਵੇਗਾ, ਪਰ ਉਹਨੇ ਮੇਰੇ ਪੈਰੀ ਹੱਥ ਲਾ ਕੇ ਕਹਿੰਦਾ ਕਿ ਤੁਸੀਂ ਪਹਿਲਾਂ ਚਾਹ ਪੀਓ ਫਿਰ ਦਿਓ। ਮੈਂ ਗੱਡੀ ਡਾਊਨ ਹੈ, ਅਤੇ ਉਹ ਕਹਿੰਦਾ ਨਹੀਂ ਗੱਡੀ ਚੱਲ ਨਹੀਂ ਸਕਦੀ। ਮੈਂ ਉਹਨੂੰ ਕਹਿ ਕੇ ਆਇਆ ਗਾਰਡ ਨੂੰ ਕਿ ਮੈਂ ਮਤਲਬ ਗੱਡੀ ਚੱਲਣ ਨਹੀਂ ਦੇਣੀ ਜਦ ਤੱਕ ਤੁਹਾਨੂੰ ਚਾਹ ਨਹੀਂ ਪਿਆਉਂਦਾ। ਨਹੀਂ, ਮੈਂ ਮੈਨੂੰ ਸੀਟ ਲੈ ਦੇ। ਮੇਰੀ ਮਿਸਿਸ ਬਿਮਾਰ ਸੀ, ਪਰ ਉਹਨੇ ਆਣ ਕੇ ਮੈਨੂੰ ਸੀਟ ਲੈ ਕੇ ਦਿੱਤੀ। ਫਿਰ ਉਹਨੂੰ ਕਿਹਾ ਵੀ ਹੁਣ ਚਾਹ ਪੀਣੇ, ਮੈਂ ਨਹੀਂ, ਹੁਣ 1000 ਸਵਾਰੀ ਦਾ ਨੁਕਸਾਨ ਨਹੀਂ ਕਰਨਾ, ਉਹਨਾਂ ਨੂੰ ਟਾਈਮ ਸਿਰ ਮੈਂ ਪਹੁੰਚਾਉਣਾ ਹੈ, ਇਸ ਲਈ ਮਿਹਰਬਾਨੀ ਮੈਂ ਅਗਲੀ ਵਾਰੀ ਤੇਰੇ ਦਫ਼ਤਰ 'ਚ ਦਿੱਲੀ ਆਣ ਕੇ ਪਹੁੰਚਾਂਗਾ। ਮੈਂ ਕੀ ਕਹਾਂ ਕਿ ਨਾਗਪੁਰ ਵਿੱਚ ਮੇਰੇ ਭਾਂਜੇ ਨੂੰ ਕੋਈ ਮਿਲਿਆ ਤਾਂ ਉਹ ਗੱਡੀ ਹੇਠਾਂ ਆਉਣ ਲੱਗਾ ਸੀਗਾ, ਅਤੇ ਉਹਨੇ ਬਚਾਇਆ ਜਦੋਂ, ਤਾਂ ਉਸ ਵੇਲੇ ਆਣ ਕੇ ਉਹਨੇ ਕਿਹਾ ਵੀ ਮੈਂ ਤਾਂ ਘੀਸਾ ਤੋਂ ਪੜ੍ਹਿਆ ਹੋਇਆ। ਜਦੋਂ ਉਹਨਾਂ ਦੀ ਆਪਸੀ ਜਾਣ ਪਛਾਣ ਹੋਈ ਆਣ ਕੇ, ਇਸੇ ਤਰ੍ਹਾਂ ਡਲਹੌਜ਼ੀ ਵਿੱਚ ਆਣ ਕੇ ਇੱਕ ਵਿਦਿਆਰਥੀ ਨੇ ਬਾਂਹ ਫੜ ਕੇ ਮੈਨੂੰ ਪਿੱਛੇ ਖਿੱਚ ਦਿੱਤਾ, ਅਤੇ ਮੈਂ ਬਿੱਲ ਦੇਣ ਲੱਗਾ ਸੀ। ਮੈਨੂੰ ਗੁੱਸਾ ਆਇਆ ਵੀ ਇੱਕ ਨੌਜਵਾਨ ਮੁੰਡੇ ਨੇ ਮੈਨੂੰ ਐਂ ਕਿਉਂ ਕੀਤਾ, ਤਾਂ ਪਤਾ ਲੱਗਾ, ਉਹ ਕਹਿੰਦਾ ਸਰ ਤੁਸੀਂ ਪੈਸੇ ਨਹੀਂ ਦੇਣੇ, ਮੈਂ ਦੇਣੇ ਆ ਬਿੱਲ 'ਤੇ। ਮਤਲਬ ਇਸ ਤਰ੍ਹਾਂ ਦੇ ਵਿਦਿਆਰਥੀਆਂ ਦੀ ਜੇ ਮੇਰੀ ਇਹ ਪ੍ਰਾਪਰਟੀ ਹੈ। ਮੈਨੂੰ ਤਾਂ ਇੱਕ ਵਾਰੀ ਬੈਂਕ ਮੈਨੇਜਰ ਨੇ ਪੁੱਛਿਆ ਸੀਗਾ ਕਿ ਸਾਹਿਬ ਪ੍ਰਾਪਰਟੀ ਕਿੰਨੀ ਕੁ ਬਣਾ ਲਈ ਹੈ। ਮੈਂ ਮਜ਼ਾਕ ਸਮਝਿਆ ਵੀ ਐਂ ਸਧਾਰਨ ਪੁੱਛਦਾ, ਪਰ ਉਹਨੇ ਮੈਨੂੰ ਟਾਊਂਟਿੰਗ ਵੀ ਇਹਨਾਂ ਜਦੋਂ ਕਿਹਾ, ਮੈਂ ਮੇਰੇ ਲਈ ਇੰਨੀ ਪ੍ਰਾਪਰਟੀ ਤੂੰ ਬਣਾ ਹੀ ਨਹੀਂ ਸਕਦਾ ਗਾ। ਕਹਿੰਦਾ ਲੈ ਮੈਂ ਨਹੀਂ ਜਾਂਦਾ, ਉਹੀ ਟੁੱਟਾ ਜਿਹਾ ਸਕੂਟਰ ਅਤੇ ਉਹੀ ਮਕਾਨ ਹੈ ਤੁਹਾਡਾ। ਅਤੇ ਮੈਂ ਉਹਨੂੰ ਸਮਝਾਇਆ ਆਣ ਕੇ ਕਿ ਮੇਰੀ ਆਹ ਸਾਰੀ ਪ੍ਰਾਪਰਟੀ ਇੰਨੀ ਹੈ, ਅਤੇ ਇਹ ਪਤਾ ਨਹੀਂ ਹਿੰਦੁਸਤਾਨ ਦੇ ਕਿਹੜੇ ਕੋਨੇ 'ਚ ਇਸ ਵੇਲੇ ਬੈਠੀ ਆਣ ਕੇ ਕੰਮ ਕਰ ਰਹੀ ਹੈ ਜੀ। ਇੱਕ ਵਿਦਿਆਰਥੀਆਂ ਨੂੰ ਮੈਂ ਇਹੀ ਸਮਝਦਾ ਕਿ ਜਿਹੜਾ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਆ ਕਿ ਜਦੋਂ ਸਿੱਖਿਆ ਪ੍ਰਾਪਤ ਕਰਦੇ ਹੋ, ਸਿੱਖਿਆ ਨੂੰ ਇਕੱਲਾ ਕਿਤਾਬੀ ਗਿਆਨ ਤੱਕ ਸੀਮਿਤ ਨਹੀਂ ਰੱਖਣਾ, ਉਹਨੂੰ ਆਪਣੇ ਲੋਕਾਂ ਤੱਕ ਲੈ ਕੇ ਜਾਣਾ ਹੈਗਾ। ਇਮਾਨਦਾਰੀ ਨੂੰ ਇਸ ਨੂੰ ਵਧਾਉਣਾ ਹੈਗਾ। ਇਸ ਦੇ ਵਿੱਚੋਂ ਆਣ ਕੇ ਉਹਨਾਂ ਲੋਕਾਂ ਨੂੰ ਜਿਹੜੇ ਬੇਈਮਾਨੀ ਕਰਦੇ ਨੇ, ਸਮਾਜ 'ਚ ਲੁੱਟ ਕਰਦੇ ਨੇ, ਸਿੱਖਿਆ ਦਾ ਉਦੇਸ਼ ਹੈ। ਠੀਕ ਹੈ ਨਾ, ਸਤਿਅਮ ਸ਼ਿਵਮ ਸੁੰਦਰਮ। ਸਤਿਅਮ ਦਾ ਮਤਲਬ ਜਿਹੜੀ ਸਿੱਖਿਆ ਹੈ ਉਹ ਸੱਚ ਦੱਸਦੀ ਹੈ, ਸ਼ਿਵਮ ਕਲਿਆਣਕਾਰੀ ਹੈ, ਸੁੰਦਰਮ ਸੋਹਜਮਈ ਹੈ, ਕੋਮਲ ਹੈ। ਸਿੱਖਿਆ ਦੇ 3 ਸਰੂਪ ਜਿਹੜੇ ਨੇ, ਇਹਨਾਂ ਦੇ ਬਾਰੇ ਮੇਰਾ ਪ੍ਰਚਾਰ ਅੱਜ ਤੱਕ ਮੈਨੂੰ ਖੁਸ਼ੀ ਦਿੰਦਾ ਹੈ ਕਿ ਮੇਰੇ ਕੋਲ ਜਿਹੜੇ ਵੱਡੇ ਅਫਸਰ ਹੈ ਕਿ ਜਿਹੜਾ ਤੁਹਾਨੂੰ ਦੱਸਿਆ ਧੰਨਾ ਸਿੰਘ ਗੁਲਸ਼ਨ ਦਾ ਜੋ ਵੀ ਨੰਜਨ ਸਿੰਘ ਰਿਟਾਇਰ ਹੋਇਆ, ਉਹ ਹੁਣ ਵੀ ਕਿਤੇ ਆਉਂਦਾ ਹੈ ਤਾਂ ਮੇਰੇ ਪੈਰੀ ਹੱਥ ਲਾ ਕੇ ਗੱਲ ਕਰਦਾ। ਮੈਨੂੰ ਕਦੇ ਇੱਦਾਂ ਨਹੀਂ ਕੀਤਾ। ਤੱਗੜ ਆਉਂਦਾ ਤਾਂ ਵੀ ਇਹ ਪੈਰੀ ਹੱਥ ਲਾ ਕੇ ਗੱਲ ਕਰਦਾ। ਯਾਨੀ ਕਿ ਕਿਸ ਤਰ੍ਹਾਂ ਦੇ ਆਫੀਸਰਸ ਨੇ, ਮਤਲਬ ਉਹਨਾਂ ਨੂੰ ਦਿੱਤੀ ਹੋਈ ਸਿੱਖਿਆ ਦਾ ਨਤੀਜਾ ਹੈ। ਪਰ ਮੇਰੀ ਇਹ ਜ਼ਰੂਰ ਇੱਛਾ ਹੈ ਕਿ ਮਾਂ ਬਾਪ ਨੂੰ ਇਹ ਰੱਬ ਦਾ ਰੂਪ ਮੰਨਣ। ਇਹ ਮੈਂ ਸਾਰੇ ਵਿਦਿਆਰਥੀਆਂ ਨੂੰ ਇਹ ਕਹਿਣਾ ਕਿ ਮਾਂ ਬਾਪ ਰੱਬ ਦਾ ਰੂਪ ਨੇ, ਉਹਨਾਂ ਨੂੰ ਪਹਿਲਾ ਰੱਬ ਉਹ ਨੇ, ਫਿਰ ਰੱਬ ਦੂਜਾ ਵੱਡਾ ਹੈ। ਉਹਨੂੰ ਵੱਡੇ ਰੱਬ ਨੂੰ ਬਾਅਦ 'ਚ ਪੂਜਣ, ਪਹਿਲਾਂ ਇਹਨਾਂ ਨੂੰ ਪੂਜਣ ਜਿਨ੍ਹਾਂ ਨੇ ਤੁਹਾਨੂੰ ਪਾਲਣ ਕੀਤਾ। ਮੈਨੂੰ ਜਦੋਂ ਸਨਮਾਨਿਤ ਕੀਤਾ 2016 'ਚ ਇੱਥੇ SSD ਸੀਨੀਅਰ ਸੈਕੰਡਰੀ ਸਕੂਲ SSD ਕਾਲਜ 'ਚ, ਤਾਂ ਉਸ ਵੇਲੇ ਮਤਲਬ ਇੱਕੋ ਗੱਲ ਕਹੀ ਸੀਗੀ। ਉਹ ਗੱਲ ਕੀ ਕਹੀ ਸੀਗੀ ਆਣ ਕੇ ਮੈਨੂੰ ਕਹਿੰਦੇ ਤੁਹਾਡਾ ਕਿਉਂ ਸਨਮਾਨ ਹੋ ਰਿਹਾ। ਮੈਂ ਕਿਹਾ ਜੀ ਮੇਰੀਆਂ 3 ਮਾਵਾਂ ਨੇ। ਉਹ ਹੈਰਾਨ ਹੋ ਗਿਆ ਵੀ ਖੌਣੀ ਦੇ ਪਿਓ ਦੇ 3 ਵਿਆਹ ਨੇ। ਮੈਂ ਇੱਕ ਮੇਰੀ ਮਾਂ ਜਿਹਨੇ ਮੈਨੂੰ ਜਨਮ ਦਿੱਤਾ, ਇਹ ਸੰਸਾਰ ਵਿਖਾਇਆ। ਦੂਜੀ ਮੇਰੀ ਮਾਂ ਕਿਹੜੀ ਹੈ, ਧਰਤੀ ਮਾਂ, ਜਿਸ ਦੀ ਸਾਰਾ ਮੈਂ ਪੈਰਾਂ ਤੋਂ ਲੈ ਕੇ ਸਿਰ ਤੱਕ ਪਹਿਰਾਵਾ ਅਤੇ ਮੇਰਾ ਪੇਟ ਪਿਆ, ਜਿਸ ਦੇ ਨਾਲ ਮੈਂ ਜੀਵਨ ਜਿਉ ਰਿਹਾ। ਅਤੇ ਤੀਜੀ ਮੇਰੀ ਮਾਂ, ਮੇਰੀ ਮਾਂ ਬੋਲੀ ਹੈ, ਪੰਜਾਬੀ ਹੈ, ਜਿਸ ਦੇ ਕਾਰਨ ਆਣ ਕੇ ਮੈਂ ਇੰਨੇ ਵਿਦਿਆਰਥੀਆਂ ਨੂੰ ਕੀਤਾ ਹੈਗਾ। ਹਾਲਾਂਕਿ ਮੈਂ MA ਇੰਗਲਿਸ਼ ਵੀ ਪੜ੍ਹਾਉਂਦਾ
ਪਰ ਮੈਨੂੰ ਮਾਂ ਬੋਲੀ ਪੰਜਾਬੀ ਹੀ ਜਿਹੜੀ ਹੈ ਮਤਲਬ ਉਹ ਮੈਂ ਮਾਂ ਬੋਲੀ ਪੰਜਾਬੀ ਨੂੰ ਹੀ ਪਹਿਲ ਦਿਆਂਗਾ ਔਰ ਮਾਂ ਬੋਲੀ ਪੰਜਾਬੀ ਹੀ ਮੇਰੀ ਪਹਿਲ ਹੈਗੀ ਆ। ਵਿਦਿਆਰਥੀਆਂ ਨੂੰ ਮੇਰੀ ਇਹੀ ਸਿੱਖਿਆ ਹੈ ਕਿ ਉਹ ਆਪਣੇ ਜਿਹੜਾ ਸੰਸਾਰਿਕ ਤੌਰ 'ਤੇ ਵਿਹਾਰ ਨੂੰ ਇੰਨਾ ਬਦਲ ਦੇਣ ਕਿ ਜਿਸ ਦੇ ਨਾਲ ਆਣ ਕੇ ਨਜ਼ਰ ਆਵੇ ਵੀ ਹਿੰਦੁਸਤਾਨ ਪੜ੍ਹਿਆ ਹੈ। ਅੱਜ ਹਿੰਦੁਸਤਾਨ ਪੜ੍ਹ ਕੇ ਚਾਤੁਰਤਾ ਵੱਲ ਜਿਵੇਂ ਵੱਧ ਰਿਹਾ ਹੈ, ਉਹ ਚਾਤੁਰਤਾ ਪੜ੍ਹਾਈ ਦਾ ਹਿੱਸਾ ਨਹੀਂ ਹੈਗੀ, ਇਹ ਧੋਖੇਬਾਜ਼ੀ ਹੈ। ਜਿੰਨੀ ਮਰਜ਼ੀ ਪੁਰਾਣਾ ਸਾਹਿਤ ਪੜ੍ਹ ਲਓ, ਰਾਮਾਇਣ ਮਹਾਭਾਰਤ ਜਿਹੜੇ ਮਰਜ਼ੀ ਪੜ੍ਹ ਲਓ, ਗੁਰੂ ਗ੍ਰੰਥ ਸਾਹਿਬ ਪੜ੍ਹ ਲਓ, ਕੁਰਾਨ ਪੜ੍ਹ ਲਓ, ਪੁਰਾਣ ਪੜ੍ਹ ਲਓ, 18 ਪੁਰਾਣ ਨੇ ਜਿਹੜੇ ਸਾਡੇ ਉਹ ਪੜ੍ਹ ਲਓ ਆਣਗੇ, ਕੋਈ ਵੀ ਪੜ੍ਹ ਲਓ ਆਣਗੇ, ਕਿਤੇ ਵੀ ਬੇਈਮਾਨੀ ਨੂੰ ਥਾਂ ਨਹੀਂ ਹੈਗੀ। ਪਰ ਅਫਸੋਸ ਹੈ ਕਿ ਸਾਡੀਆਂ ਸਰਕਾਰਾਂ ਦਾ ਰਾਜਨੀਤੀ ਹੈ ਉਹ ਬੇਈਮਾਨੀ ਦੇ ਰਾਹ ਤੋਂ ਇਲਾਵਾ ਵਗੈਰਾ ਚੱਲ ਹੀ ਨਹੀਂ ਰਹੀਆਂ। ਔਰ ਬੇਈਮਾਨੀ ਮੈਨੂੰ ਇੱਕੋ ਲਫ਼ਜ਼ ਮੈਂ ਕਹਿਣਾ, ਪੋਲੀਟਿਕਸ ਇਜ਼ ਦੀ ਲਾਸਟ ਰਿਫਿਊਜ਼ ਆਫ ਹਿਸ ਕਾਊਂਟਰ। ਜਿਹੜੀ ਰਾਜਨੀਤੀ ਹੈ ਅੱਜ ਕੱਲ੍ਹ ਇਹ ਆਖਰੀ ਪਨਾਹਗਾਹ ਰਹਿ ਗਈ ਹੈ ਬੇਈਮਾਨੀ ਲੋਕਾਂ ਦੀ। ਔਰ ਇਸ ਗੱਲ ਨੂੰ ਸਾਫ਼ ਕਰਨਾ ਚਾਹੀਦਾ ਰਾਜਨੀਤੀਮਾਨਾਂ ਨੂੰ ਵੀ ਅਸੀਂ ਇਹ ਗੱਲ ਰਹਿਣ ਨਹੀਂ ਦੇਣੀ, ਅਸੀਂ ਸਾਫ਼ ਸੁਥਰੇ ਬਣਨਾ ਹੈ, ਅਸੀਂ ਹਿੰਦੁਸਤਾਨ ਦੀ ਤਰੱਕੀ ਕਰਨੀ ਹੈ, ਸਾਫ਼ ਸੁਥਰੀ ਕਰਨੀ ਹੈ, ਕਿਸੇ ਨੂੰ ਭੁੱਖੇ ਨਹੀਂ ਰਹਿਣ ਦੇਣਾ। ਜੀ ਗੱਲ ਅਸਲ 'ਚ ਇੱਦਾਂ ਹੈ ਕਿ ਜਿਵੇਂ ਤੁਸੀਂ ਆਪਦੇ ਗੱਲਾਂ ਦੇ ਸਿਲਸਿਲੇ ਦੇ ਵਿੱਚ ਜਿਹੜਾ ਹੈਗਾ ਤੁਸੀਂ ਸਾਨੂੰ ਦੱਸਿਆ ਕਿ ਮੇਰੇ ਕੋਲੇ ਪ੍ਰੋਪਰਟੀ ਜਿਹੜੀ ਹੈਗੀ ਹੈ, ਮੇਰੇ ਸਟੂਡੈਂਟਸ ਨੇ ਉਹਨਾਂ ਦਾ ਪਿਆਰ ਹੈ, ਪਰ ਇੱਕ ਪ੍ਰੋਪਰਟੀ ਮੈਂ ਵੀ ਤੁਹਾਡੀ ਇੱਥੇ ਵੇਖ ਰਹੀ ਹੈਗੀ ਕਿ ਤੁਹਾਡੇ ਕੋਲ ਤਸਵੀਰਾਂ ਦਾ ਖਜ਼ਾਨਾ ਹੈ। ਉਹ ਤਸਵੀਰਾਂ ਜਿਹੜੀਆਂ ਕਿ ਬੜੀਆਂ ਦੁਰਲੱਭ ਨੇ ਅਤੇ ਸਾਨੂੰ ਦੇਖਣ ਨੂੰ ਬਹੁਤ ਘੱਟ ਮਿਲਦੀਆਂ। ਦੂਜੀ ਚੀਜ਼, ਤੁਹਾਡੇ ਕੋਲ ਖਜ਼ਾਨਾ ਹੈਗਾ ਸਾਹਿਤ ਦਾ, ਬਹੁਤ ਸਾਰੀਆਂ ਕਿਤਾਬਾਂ ਦੀ ਪੂਰੀ ਦੀ ਪੂਰੀ ਅਲਮਾਰੀ ਤੁਹਾਡੇ ਕੋਲ ਭਰੀ ਪਈ ਹੈਗੀ ਹੈ। ਬਹੁਤ ਘੱਟ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਅਤੇ ਜਲਦਾਂ ਵੀ ਕਾਫੀ ਪੁਰਾਣੀਆਂ ਹੋ ਚੁੱਕੀਆਂ ਹੈਗੀਆਂ, ਜਿਵੇਂ ਕਿ ਮੈਂ ਦੇਖ ਰਹੀ ਹੈਗੀ ਹਾਂ। ਪਰ ਸਰ ਇਸ ਜਿਹੜਾ ਹੈਗਾ ਪੂਰੇ ਖਜ਼ਾਨੇ ਦੇ ਬਾਰੇ 'ਚ ਤੁਸੀਂ ਕੀ ਕਹੋਗੇ ਸਾਨੂੰ? ਵੀ ਜੋ ਮੈਂ ਸਮਝਦਾ ਕਿ ਸਾਹਿਤ ਦਾ ਮੈਨੂੰ ਬੜਾ ਪਿਆਰ ਰਿਹਾ ਹੈਗਾ ਕਿ ਮੈਂ ਜਦੋਂ 1957 'ਚ 10ਵੀਂ ਕੀਤੀ ਹੈ, ਪੇਪਰ ਦਿੱਤੇ ਹੀ ਹੈ, ਦਿੰਦਿਆਂ ਸਾਰ ਰਿਜ਼ਲਟ ਆਉਣ ਤੋਂ ਪਹਿਲਾਂ ਹੀ ਮੈਂ ਪਬਲਿਕ ਲਾਇਬ੍ਰੇਰੀ ਦਾ ਮੈਂਬਰ ਬਣ ਗਿਆ ਅਤੇ ਸਾਹਿਤ ਪੜ੍ਹਨ ਲੱਗ ਪਿਆ। ਇੱਕ ਦਿਨ 'ਚ ਇੱਕ ਕਿਤਾਬ ਪੜ੍ਹਦਾ ਸੀ ਮੈਂ। ਕਈ ਵਾਰੀ ਮੈਂ ਇੱਕ ਸ਼ਾਮ ਨੂੰ ਦੁਬਾਰਾ ਲੈਣ ਆ ਜਾਂਦਾ ਸੀਗਾ। ਅਤੇ ਮਤਲਬ ਮੈਨੂੰ ਕਿਤਾਬਾਂ ਦਾ ਸਾਹਿਤ ਦਾ ਮੋਹ ਇੰਨਾ ਰਿਹਾ ਹੈਗਾ। ਔਰ ਮੈਨੂੰ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਇੱਕ ਗੱਲ ਯਾਦ ਆਉਂਦੀ ਹੈ ਕਿ ਮੈਂ ਉਹਨਾਂ ਨੂੰ ਇੱਕ ਵਾਰੀ ਚਿੱਠੀ ਲਿਖ ਬੈਠਾ ਕਿ ਵੀ ਮੈਨੂੰ ਤੁਸੀਂ ਆਣ ਕੇ ਕਿਤਾਬਾਂ ਤੁਹਾਡੀਆਂ ਚਾਹੀਦੀਆਂ ਨੇ, ਪਰ ਮੈਂ ਪੈਸੇ ਇਕੱਠੇ ਨਹੀਂ ਦੇ ਸਕਦਾ। ਤਾਂ ਉਹਨਾਂ ਨੇ ਮੈਨੂੰ ਕਿਹਾ ਠੀਕ ਹੈ, ਕੋਈ ਗੱਲ ਨਹੀਂ, ਮੈਂ ਪੈਸੇ ਕਿਸ਼ਤਾਂ 'ਚ ਲਵਾਂਗਾ। ਔਰ ਉਹਨਾਂ ਨੇ ਮੈਨੂੰ ਕਿਤਾਬਾਂ ਦਾ ਸੰਗ੍ਰਹਿ ਇਕੱਠਾ ਕਰਨ ਲਈ ਜਾਣ ਕਿ ਮੇਰੀ ਬਹੁਤ ਮਦਦ ਕੀਤੀ। ਉਹਨਾਂ ਨੇ ਮੈਨੂੰ 35 ਕਿਤਾਬਾਂ ਭੇਜ ਦਿੱਤੀਆਂ, ਜਿਨ੍ਹਾਂ ਦੇ ਪੈਸੇ ਮੈਂ ਹੌਲੀ ਹੌਲੀ ਕਰਕੇ ਮਹੀਨੇਵਾਰ ਆਣ ਕੇ ਕਿਸ਼ਤਾਂ ਭੇਜ ਕੇ ਉਤਾਰੇ ਨੇ। ਯਾਨੀ ਕਿ ਗੁਰਬਖਸ਼ ਸਿੰਘ ਪ੍ਰੀਤਲੜੀ ਨਾਲ ਮੇਰੀ ਬੜੀ ਖਤੋ ਕਿਤਾਬ ਵੀ ਚੱਲਦੀ ਰਹੀ ਹੈ। ਔਰ ਉਹਨਾਂ ਨੇ ਆਣ ਕੇ ਸਹੀ ਤੌਰ 'ਤੇ ਆਣ ਕੇ ਮੈਨੂੰ ਕਿਤਾਬਾਂ ਇਕੱਠੀਆਂ ਕਰਨ ਦਾ, ਕਿਤਾਬਾਂ ਪੜ੍ਹਨ ਦਾ ਸ਼ੌਕ ਜਿਹੜਾ ਹੈਗਾ ਮੇਰਾ ਕਾਫੀ ਜਾਗਰਿਤ ਕੀਤਾ। ਔਰ ਜਾਗਰਿਤ ਆਪਣਾ ਜਿਹੜਾ ਉਹਨਾਂ ਦਾ ਮੈਗਜ਼ੀਨ ਸੀ ਪ੍ਰੀਤਲੜੀ, ਉਹ ਮੈਂ ਲਗਾਤਾਰ ਪੜ੍ਹਦਾ ਸੀ ਉਹਨਾਂ ਦਿਨਾਂ ਵਿੱਚ ਆਣ ਕੇ, ਕਿਉਂਕਿ ਉਹੀ ਸਭ ਤੋਂ ਵੱਡਾ ਜ਼ਿਆਦਾ ਮਸ਼ਹੂਰ ਸੀ ਉਸ ਵੇਲੇ। ਸੋ ਮੇਰਾ ਆਦਰਸ਼ ਰਿਹਾ ਸਾਹਿਤ ਜਿਹੜਾ ਹੈਗਾ। ਸਾਹਿਤ ਦਾ ਮੈਂ ਜਿੰਨਾ ਕੁ ਪੜ੍ਹ ਸਕਿਆ ਉਨਾ ਕੁ ਮੈਂ ਜ਼ਰੂਰ ਕੋਸ਼ਿਸ਼ ਕੀਤੀ ਮੈਂ ਪੜ੍ਹਾਂ ਆਣ ਕੇ। ਔਰ ਮੈਨੂੰ ਸਾਹਿਤ ਨੇ ਬੜੀ ਸਿੱਖਿਆ ਅਤੇ ਬੜੀ ਸੇਧ ਦਿੱਤੀ ਹੈ। ਔਰ ਮੈਂ ਸਾਹਿਤ ਵਿੱਚੋਂ ਹੀ ਮੈਂ ਭਗਤ ਸਿੰਘ ਨੂੰ ਲੱਭਿਆ ਹੈਗਾ। ਸ਼ਹੀਦ ਆਜ਼ਮ ਭਗਤ ਸਿੰਘ ਦਾ ਮੈਨੂੰ ਗੱਲ ਯਾਦ ਆਉਂਦੀ ਹੈ ਕਿ ਜਦੋਂ ਉਹਦਾ ਆਖਰੀ ਦਿਨ ਸੀਗਾ ਤਾਂ ਉਹਨੇ ਆਖਰੀ ਦਿਨ ਵੀ ਸਾਹਿਤ ਦੇ ਨਾਲ ਜੁੜਨ ਵਾਲੀ ਗੱਲ ਜਿਹੜੀ ਕੀਤੀ। ਉਸ ਵੇਲੇ ਆਣ ਕੇ ਉਹਨੂੰ ਕਿਹਾ, ਆ ਭਗਤ ਸਿੰਘ ਹੁਣ ਆਪਾਂ ਫਾਂਸੀ ਦੇ ਤਖਤੇ 'ਤੇ ਜਾਣਾ ਹੈ। ਕਹਿੰਦਾ ਠਹਿਰ ਜਾ 2 ਮਿੰਟ, ਮੈਂ ਇੱਕ ਇਨਕਲਾਬੀ ਦੂਜੇ ਇਨਕਲਾਬੀ ਨੂੰ ਮਿਲ ਰਿਹਾ। ਉਹ ਲੈਨਨ ਦੀ ਕਿਤਾਬ ਪੜ੍ਹ ਰਿਹਾ ਸੀਗਾ। ਯਾਨੀ ਕਿ ਕਿਤਾਬ ਉਹਦੇ ਮਰਨ ਕਿਨਾਰੇ ਤੱਕ ਵੀ ਉਹ ਕਿਤਾਬ ਜਿਹੜੀ ਸੀ ਪੜ੍ਹੀ ਜਾ ਰਹੀ ਸੀ। ਕਿਤਾਬ ਦਾ ਉਹ ਇੰਨਾ ਆਸ਼ਕ ਸੀ। ਤੁਹਾਨੂੰ ਸ਼ਾਇਦ ਪਤਾ ਹੋਵੇ ਉਹਨਾਂ ਦਿਨਾਂ 'ਚ ਜੇਲ੍ਹ ਦੇ ਵਿੱਚ ਕਮਰੇ ਦੇ ਵਿੱਚ ਹੀ ਯਾਨੀ ਕਿ ਮਲ ਮੂਤਰ ਦਾ ਵੀ ਘੜਾ ਲੱਗਾ ਹੁੰਦਾ ਸੀ, ਉਹ 'ਚ ਕਰਨਾ ਪੈਂਦਾ ਸੀ। ਤਾਂ ਉਹਨਾਂ ਨੂੰ ਕਿਹਾ ਤੇਰੀ ਆਖਰੀ ਖਾਹਿਸ਼ ਦੱਸ ਦੇ ਕੀ ਹੈ। ਤਾਂ ਭਗਤ ਸਿੰਘ ਨੇ ਕਿਹਾ ਸੀ ਕਿ ਮੈਂ ਆਪਣੀ ਮਾਂ ਦੇ ਹੱਥਾਂ ਦੀ ਰੋਟੀ ਖਾਣਾ ਚਾਹੁੰਦਾ। ਤਾਂ ਉਹ ਕਹਿੰਦਾ ਵੀ ਤੇਰੀ ਮਾਂ ਕਿੱਥੋਂ ਲਿਆਈਏ? ਕਹਿੰਦਾ ਨਹੀਂ, ਤੁਸੀਂ ਸਮਝੇ ਨਹੀਂ ਗਏ, ਮੇਰੀ ਮਾਂ ਜਿਹਨੇ ਮੈਨੂੰ ਜਨਮ ਦਿੱਤਾ ਤੁਸੀਂ ਉਹ ਸਮਝੋ। ਉਹ ਜਿਹੜਾ ਫਿਰਦਾ ਸਵੀਪਰ ਹੈ ਜਿਹਨੇ ਕਿ ਮੇਰਾ ਮਲ ਮੂਤਰ ਸਾਂਭਦਾ ਹੈ, ਮੇਰੀ ਮਾਂ ਨੇ ਸਾਂਭਿਆ ਜਾਂ ਇਹਨੇ ਸਾਂਭਿਆ? ਇਹ ਮੇਰੀ ਮਾਂ, ਇਹਨੂੰ ਕਹੋ ਮੇਰੀ ਰੋਟੀ ਆਪਣੀ ਪਕਾ ਕੇ ਲਿਆਵੇ। ਇਹ ਠੀਕ ਹੈ ਕਿ ਰੋਟੀ ਪੱਕਣ ਤੋਂ ਪਹਿਲਾਂ ਬਾਹਰ ਹੰਗਾਮਾ ਮਚ ਗਿਆ, ਉਹਨੂੰ ਰੋਟੀ ਪਕਾ ਕੇ ਲੈ ਆਇਆ ਪਰ ਉਹਨੂੰ ਅੰਦਰ ਨਹੀਂ ਵੜਨ ਦਿੱਤਾ ਗਿਆ। ਪਰ ਮੇਰਾ ਮਤਲਬ ਕਹਿੰਦਾ ਭਗਤ ਸਿੰਘ ਮੇਰਾ ਇਸ ਪੱਖੋਂ ਆਣ ਕੇ ਮਤਲਬ ਇੱਕ ਜੇ ਸਾਹਿਤ ਹੈ, ਸਾਹਿਤ ਇੱਕ ਆਦਰਸ਼ ਹੀ ਬਣਿਆ ਰਿਹਾ ਹੈ। ਅਤੇ ਮੈਂ ਸਮਝਦਾ ਹਾਂ ਕਿ ਗੁਰੂ ਨਾਨਕ ਦੇਵ ਜੀ ਵੀ ਮੇਰੇ ਸਾਹਿਤਕਾਰ ਕਰਕੇ ਆਦਰਸ਼ ਨੇ। ਭਾਵੇਂ ਉਸ ਵੇਲੇ ਦਾ ਨਾਇਕ ਵੱਡੇ ਤੌਰ 'ਤੇ ਰੱਬ ਸੀ, ਵਾਹਿਗੁਰੂ ਸੀ, ਪਰਮਾਤਮਾ ਸੀ, ਪਰ ਜਿਹੜਾ ਆਮ ਆਦਮੀ ਨੂੰ ਨਾਇਕ ਬਣਾਇਆ, ਜਿਹੜਾ ਦਬਿਆ ਕੁਚਲਾ ਸੀ, ਜਿਹੜਾ ਕਿ ਰਾਜੇ ਮਹਾਰਾਜਾ ਦੇ ਖਿਲਾਫ ਲੜ ਸੀ, ਰਾਜੇ ਸੀ ਮੁਕੱਦਮ ਕੁੱਤੇ ਜਾਏ ਜਗਾਨ ਬੈਠੇ ਸੁੱਤੇ, ਇਸਤਰੀ ਦੇ ਹੱਕ 'ਚ ਆਵਾਜ਼ ਉਠਾਉਣੀ, ਸੋ ਕੋ ਮੰਦਾ ਕੀ ਜੰਮੇ ਰਾਜਾਨ। ਇੱਥੋਂ ਤੱਕ ਕਿ ਜਦੋਂ ਗੁਰਬਖਸ਼ ਸਿੰਘ ਪ੍ਰੀਤਲੜੀ ਜਰਮਨ ਵਿੱਚ ਗਿਆ ਹੈਗਾ, ਉਹਨੂੰ ਕਿਹਾ ਤੇਰਾ ਇਹ ਸਰੂਪ ਕਿਉਂ ਹੈ ਸਿੱਖੀ ਵਾਲਾ? ਤਾਂ ਉਹਨੇ ਜਵਾਬ ਦਿੱਤਾ ਸੀਗਾ, ਕਹਿੰਦਾ ਇਹ ਮੇਰਾ ਸਿੱਖੀ ਵਾਲਾ ਸਰੂਪ ਹੈ, ਮੈਂ ਗੁਰੂ ਨਾਨਕ ਦੇਵ ਜੀ ਇੱਦਾਂ ਸਾਡੇ ਮਤਲਬ ਮੋਢੀ ਨੇ। ਤਾਂ ਉਹਨਾਂ ਨੇ ਕਿਹਾ ਉਹਨਾਂ ਬਾਰੇ ਦੱਸਿਓ। ਅਤੇ ਜੋ ਉਹਨਾਂ ਦੀਆਂ ਗੱਲਾਂ ਘਟਨਾਵਾਂ ਦੱਸੀਆਂ ਤਾਂ ਉਹ ਕਹਿੰਦੇ ਤੁਹਾਡੇ ਹਿੰਦੁਸਤਾਨ 'ਚ ਤਾਂ 500 ਸਾਲ ਪਹਿਲਾਂ ਇਨਕਲਾਬ ਹੋਣਾ ਚਾਹੀਦਾ ਸੀ, ਤੁਸੀਂ ਮਾਰਸ਼ ਨੂੰ
ਜਿਹੜਾ 19ਵੀਂ ਸਦੀ 'ਚ ਲੱਭਦੇ ਫਿਰਦੇ ਹੋ। ਅਤੇ ਕਹਿੰਦਾ ਮਤਲਬ ਤੁਹਾਡੇ ਇਨਕਲਾਬ 500 ਸਾਲ ਪਹਿਲਾਂ ਕਿਉਂ ਨਹੀਂ ਆਇਆ। ਮੈਨੂੰ ਮਤਲਬ ਸਾਹਿਤ ਨੇ ਮੈਨੂੰ ਸਿੱਖਿਆ ਦਿੱਤੀ ਹੈ ਕਿ ਵੀ ਮਤਲਬ ਆਣ ਕੇ ਅਸੀਂ ਆਣ ਕੇ ਲੋਕ ਜਿਹੜੇ ਨੇ ਕੁਝ ਨਾ ਕੁਝ ਕਰਕੇ ਦਿਖਾਈਏ, ਆਣ ਕੇ ਜਿਹੜੇ ਘੱਟੋ ਘੱਟ ਸਾਹਿਤ ਪੜ੍ਹਦੇ ਆ ਉਹ ਲੋਕਾਂ ਨੂੰ ਘੱਟੋ ਘੱਟ ਸਿੱਧੇ ਰਾਹ ਪਾਉਣ ਦੀ ਗੱਲ ਕਰੀਏ। ਆਣ ਕੇ ਇਹ ਦੋ ਜਿਹੜੇ ਨੇ ਮਤਲਬ ਮੁੱਖ ਤੌਰ 'ਤੇ ਮੈਂ ਗੱਲਾਂ ਜ਼ਰੂਰ ਵਿੱਚ ਨਾਲ ਕਰਨੀਆਂ ਚਾਹੁੰਦਾ ਸੀ, ਜਿਹੜੇ ਤੁਸੀਂ ਮੈਨੂੰ ਮਤਲਬ ਮੌਕਾ ਦਿੱਤਾ। ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਜੀ। ਬੜੇ ਸਾਰੇ ਸੰਘਰਸ਼, ਬਹੁਤ ਸਾਰੀਆਂ ਪ੍ਰਾਪਤੀਆਂ ਤੇ ਬੜੀ ਇੱਕ ਸੋਹਣੀ ਜਿਹੜੀ ਹੈਗੀ ਆ ਤੁਹਾਡੇ ਕੋਲੇ ਕਹਿ ਸਕਦੇ ਹਾਂ ਕਿ ਪ੍ਰੋਪਰਟੀ ਹੈਗੀ ਹੈ, ਜਿਹਨੂੰ ਮੈਂ ਪ੍ਰੋਪਰਟੀ ਦਾ ਨਾਮ ਜਿਹੜਾ ਹੈਗਾ ਦਊਂਗੀ। ਸਰ ਤੁਸੀਂ ਘੱਟੋ ਘੱਟ 3 ਕੁ ਪੀੜ੍ਹੀਆਂ, ਜੇ ਮੈਂ ਗਲਤ ਨਹੀਂ ਹੈਗੀ ਤਾਂ 3 ਕੁ ਪੀੜ੍ਹੀਆਂ ਨੂੰ ਪੜ੍ਹਾ ਚੁੱਕੇ ਹੋ, ਤਾਂ ਕੀ ਸਮਝਦੇ ਹੋ ਕਿ ਪਹਿਲਾਂ ਦੇ ਸਟੂਡੈਂਟ ਟੀਚਰ ਰਿਲੇਸ਼ਨਸ਼ਿਪ ਤੇ ਅੱਜ ਦੇ ਜਿਹੜਾ ਗੁਰੂ ਚੇਲੇ ਦਾ ਰਿਸ਼ਤਾ ਹੈਗਾ, ਇਸ ਦੇ ਵਿੱਚ ਕੀ ਫ਼ਰਕ ਸੋਚਦੇ ਹੋ, ਦੇਖਦੇ ਹੋ? ਪਲੀਜ਼ ਮੈਂ ਇਸ ਗੱਲ ਦਾ ਮਾਣ ਕਰਦਾ ਕਿ ਮੈਨੂੰ ਅੱਜ ਤੋਂ 30-35 ਸਾਲ ਪਹਿਲਾਂ ਵੀ ਜੇ ਮੈਨੂੰ ਮੇਰਾ ਆਪਣਾ ਅਧਿਆਪਕ ਮਿਲਦਾ ਸੀ, ਮੈਂ ਉਹਦੇ ਸਾਰੇ ਬਾਜ਼ਾਰ ਦੇ ਵਿੱਚ ਵੀ ਪੈਰੀ ਹੱਥ ਲਾਉਂਦਾ ਸੀ, ਔਰ ਮੇਰੇ ਵਿਦਿਆਰਥੀ ਮੇਰੇ ਵੀ ਲਿਆਉਂਦੇ ਅੱਜ ਤੱਕ ਲਗਾ ਰਹੇ ਨੇ ਮੈਨੂੰ ਇਹ। ਲੇਕਿਨ ਮੋਸਟਲੀ ਮੈਂ ਜਿਹੜਾ ਦੇਖਦਾ ਕਿ ਅੱਜ ਕੱਲ੍ਹ ਦੇ ਜਿਹੜੇ ਵਿਦਿਆਰਥੀ ਨੇ ਉਹ ਜਿਹੜੇ ਅਧਿਆਪਕ ਦਾ ਉਹਨਾਂ ਮਾਣ ਸਨਮਾਨ ਨਹੀਂ ਕਰ ਰਹੇ ਜਿੰਨਾ ਕਿ ਕਰਨਾ ਚਾਹੀਦਾ। ਉਹਦੇ ਵਿੱਚ ਮੈਂ ਇਕੱਲਾ ਵਿਦਿਆਰਥੀਆਂ ਦੀ ਗਲਤੀ ਨਹੀਂ ਮੰਨਦਾ, ਮੈਂ ਕਹਿੰਦਾ ਉਹਨਾਂ ਦੇ ਵਿੱਚ ਆਣ ਕੇ ਅਧਿਆਪਕਾਂ ਨੂੰ ਵੀ ਸੇਧ ਦੇਣ ਵਿੱਚ ਕੋਈ ਕਮੀ ਕਮਜ਼ੋਰੀਆਂ ਜ਼ਰੂਰ ਹੈਗੀਆਂ ਨੇ, ਜਾਂ ਉਹਨਾਂ ਦੀਆਂ ਆਪਣੇ ਜੀਵਨ ਦੀਆਂ ਕਮਜ਼ੋਰੀਆਂ ਨੇ, ਜਿਵੇਂ ਵਿਦਿਆਰਥੀਆਂ ਨਾਲ ਰਲ ਕੇ ਸ਼ਰਾਬਾਂ ਪੀ ਲੈਣੀਆਂ, ਹੋਰ ਇਹੋ ਜਿਹੇ ਗਲਤ ਕੰਮ ਕਰ ਲੈਣੇ, ਮਤਲਬ ਉਹ ਕਮਜ਼ੋਰੀਆਂ ਜਿਹੜੀਆਂ ਜਦੋਂ ਵਿਦਿਆਰਥੀਆਂ ਦੇ ਨੋਟਿਸ 'ਚ ਆ ਜਾਂਦੀਆਂ ਨੇ ਤਾਂ ਉਹ ਕੁਰਾਹੇ ਪੈ ਜਾਂਦੇ ਨੇ। ਸੋ ਵਿਦਿਆਰਥੀਆਂ ਦੇ ਵਿੱਚ ਆਣ ਕੇ ਤਬਦੀਲੀ ਤਾਂ ਹੀ ਆ ਸਕਦੀ ਹੈ ਕਿ ਅਧਿਆਪਕ ਜੇ ਆਦਰਸ਼ ਹੋਵੇ। ਜੇ ਅਧਿਆਪਕ ਦਾ ਜੀਵਨ ਆਦਰਸ਼ਮਈ ਹੈ ਤਾਂ ਹੀ ਉਹ ਜਿਹੜੇ ਹੈ ਵਿਦਿਆਰਥੀ ਜਿਹੜੇ ਨੇ ਉਹਨਾਂ ਤੋਂ ਚੰਗੀ ਸਿੱਧ ਲੈ ਸਕਦੇ ਨੇ। ਜੀ, ਕਹਿੰਦੇ ਹੁੰਦੇ ਤਾੜੀ ਕਦੇ ਵੀ ਇੱਕ ਹੱਥ ਨਾਲ ਨਹੀਂ ਵੱਜਦੀ ਹੈਗੀ, ਅਤੇ ਦੋਨੇ ਧਿਰ ਹੀ ਜਿਹੜੇ ਹੈਗੇ ਰਿਸਪੋਂਸੀਬਲ ਹੁੰਦੇ ਹੈਗੇ ਆ। ਕਿਸੇ ਵੀ ਜੇ ਕੋਈ ਬੱਚਾ ਕੁਰਾਹੇ ਪੈ ਰਿਹਾ ਜਾਂ ਕੁਛ ਵੀ ਹੋ ਰਿਹਾ ਸਾਡੇ ਸਮਾਜ ਦੇ ਵਿੱਚ, ਤਾਂ ਦੋਨੇ ਧਿਰ ਹੀ ਜਿਹੜੇ ਰਿਸਪੋਂਸੀਬਲ ਹੈ, ਬੱਚੇ ਵੀ ਅਤੇ ਟੀਚਰ ਵੀ। ਕਹਿੰਦੇ ਹੁੰਦੇ ਆ ਕਿ ਗੂਗਲ ਸਾਨੂੰ ਇਹ ਦੱਸ ਸਕਦੀ ਹੈਗੀ ਹੈ ਕਿ ਇੰਜਣ ਚੱਲਦਾ ਕਿਵੇਂ, ਪਰ ਰਿਸ਼ਤੇ ਕਿਵੇਂ ਬਣਦੇ ਇਹ ਸਾਨੂੰ ਇੱਕ ਟੀਚਰ ਹੀ ਦੱਸ ਸਕਦਾ ਹੈਗਾ। ਸੋ ਬਹੁਤ ਬਹੁਤ ਸ਼ੁਕਰੀਆ ਜਗਦੀਸ਼ ਸਿੰਘ ਘਈ ਜੀ, ਤੁਸੀਂ ਸਾਨੂੰ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਇੰਨਾ ਕੁ ਸਮਾਂ ਦਿੱਤਾ। ਮੈਂ ਤੁਹਾਡਾ ਦਰਪਣ ਵਾਲੇ ਦੀ ਤੁਹਾਡਾ ਬਹੁਤ ਸ਼ੁਕਰੀਆ ਹੈ। ਸਤਪਾਲ ਮਾਨ ਜੀ ਸੰਚਾਲਕ ਜਿਹੜੇ ਨੇ, ਗੁਰਹਰਪ੍ਰੀਤ ਜੀ ਤੁਹਾਡਾ ਵੀ, ਤੁਸੀਂ ਮੈਨੂੰ ਜਿਹੜਾ ਇਸ ਵਿੱਚ ਆਣ ਕੇ ਇਸ ਕਾਬਲ ਸਮਝਿਆ ਕਿ ਵੀ ਮੈਂ ਬਠਿੰਡੇ ਦੀ ਕੋਈ ਨਿਗੁਣਾ ਜਿਹਾ ਆਦਮੀ ਹਾਂ ਕਿ ਜਿਸ ਦੇ ਨਾਲ ਇਹ ਗੱਲ ਕੀਤੀ ਜਾਵੇ ਔਰ ਸਮਾਜ ਵਿੱਚ ਸਮਾਜਿਕ ਕਦਰਾਂ ਕੀਮਤਾਂ ਜਿਹੜੀਆਂ ਉਹ ਲੈ ਕੇ ਜਾਈਆਂ ਜਾਣ, ਉਹਨਾਂ ਦੇ ਲਈ ਆਣ ਕੇ ਮੈਂ ਦਰਪਣ ਚੈਨਲ ਦਾ ਬਹੁਤ ਜ਼ਿਆਦਾ ਧੰਨਵਾਦੀ ਹਾਂ। ਔਰ ਫਿਰ ਮੈਂ ਦੁਬਾਰਾ ਕਹਾਂਗਾ ਕਿ ਸਤਪਾਲ ਜੀ ਮੇਰੇ ਅਜ਼ੀਜ਼ ਨੇ, ਅਸੀਂ ਇਕੱਠੇ ਹੀ ਦੋਨੇ ਰਲ ਕੇ ਭਗਤ ਸਿੰਘ ਦੇ ਪਿੰਡ ਜਾ ਕੇ ਉਹਨਾਂ ਦੇ ਘਰਾਂ ਦੀਆਂ ਫੋਟੋ ਤਸਵੀਰਾਂ ਉਹ ਲਿਆਂਦੀਆਂ ਜਿਹੜੀਆਂ ਅੱਜ ਤੱਕ ਕਿਤੇ ਨਹੀਂ ਮਿਲੀਆਂ। ਇੱਥੋਂ ਤੱਕ ਕਿ ਜਗਮੋਹਨ ਸਿੰਘ ਉਹਦੇ ਭਾਂਜੇ ਨੇ ਕਿਹਾ ਸੀ ਇਹ ਤਸਵੀਰਾਂ ਮੇਰੇ ਕੋਲ ਵੀ ਹੈ ਨਹੀਂ, ਜਿਹੜੀਆਂ ਤੁਸੀਂ ਸਾਡੇ ਘਰ ਵਿੱਚੋਂ ਤੋਂ ਉਤਾਰ ਕੇ ਲੈ ਕੇ ਆਏ ਹੋ। ਉਹਨਾਂ ਦੇ ਚੁਬਾਰਿਆਂ ਦੀਆਂ, ਉਹਨਾਂ ਦੇ ਘਰੇ ਫੋਟੋ ਦੀਆਂ, ਉਹਨਾਂ ਦੀਆਂ ਪਈਆਂ ਹੋਈਆਂ ਜਿਹੜੀਆਂ ਆਪਣੇ ਚੁੱਲ੍ਹਿਆਂ ਦੀਆਂ ਵਗੈਰਾ ਦੀਆਂ ਉਹ ਫੋਟੋਆਂ ਮੇਰੇ ਕੋਲ ਅੱਜ ਤੱਕ ਨੇ। ਐਲਬਮ ਬਕਾਇਦਾ ਮੇਰੀ ਭਗਤ ਸਿੰਘ ਦੀ ਇੱਕ ਰੇਅਰ ਐਲਬਮ ਹੈ ਕਿ ਜਿਹਨੂੰ ਵੇਖ ਕੇ ਆਣ ਕੇ ਜਗਮੋਹਨ ਸਿੰਘ ਪ੍ਰੋਫੈਸਰ ਜਿਹੜਾ ਉਹਦਾ ਸਗਾ ਭਾਂਜਾ ਉਹ ਵੀ ਹੈਰਾਨ ਹੋਇਆ ਸੀਗਾ। ਪਰ ਇਹ ਸਾਰਾ ਕੁਛ ਤਾਂ ਹੋ ਸਕਿਆ ਸੀ ਜੇ ਮੈਂ ਸਤਪਾਲ ਮੋਰੀ ਮੇਰੇ ਨਾਲ ਸੀ ਤਾਂ ਮੈਂ ਸਮਝਦਾ ਗੁਰਹਰਪ੍ਰੀਤ ਜੀ ਤੁਸੀਂ ਇਹਨਾਂ ਗੱਲਾਂ ਪਹੁੰਚਾਉਣ 'ਚ ਆਮ ਲੋਕਾਂ ਤੱਕ ਜਿਹੜਾ ਇੱਕ ਵਿਧੀ ਅਪਣਾਈ ਹੈ ਉਹਦੇ ਲਈ ਆਣ ਕੇ ਮੈਂ ਤੁਹਾਡੇ ਜਿਹੜੇ ਸਵਾਲ ਸੀਗੇ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਤੁਸੀਂ ਇਹਨਾਂ ਗੱਲਾਂ ਵਿੱਚ ਮੈਨੂੰ ਆਪਣਾ ਆਪਾ ਖੋਲ੍ਹਣ ਦਾ ਮੌਕਾ ਦਿੱਤਾ ਹੈਗਾ। ਇਸ ਲਈ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਜੁੜਨੇ ਦਰਪਣ ਚੈਨਲ ਦਾ ਮੈਂ ਬਹੁਤ ਬਹੁਤ ਮੈਂ ਜਗਦੀਸ਼ ਸਿੰਘ ਘਈ। ਔਰ ਇਹ ਕਹਾਂਗਾ ਕਿ ਹਿੰਦੁਸਤਾਨ ਜਿਹੜਾ ਹੈਗਾ ਜੈ ਭਾਰਤ ਵਾਲੀ ਗੱਲ ਹੈ ਕਿ ਉਸ ਵਿੱਚ ਆਣ ਕੇ ਅਸੀਂ ਇਹੀ ਕਹਾਂਗੇ ਭਾਰਤ ਤਾਂ ਭਾਰਤ ਰਹਿ ਸਕਦਾ ਹੈ ਕਿ ਜੇ ਅਸੀਂ ਫਿਰਕਾ ਪ੍ਰਸਤੀ ਤੋਂ ਉੱਪਰ ਉੱਠ ਕੇ ਜੇ ਅਸੀਂ ਆਣ ਕੇ ਊਚ ਨੀਚ ਨੂੰ ਬਰਾਬਰੀ ਵਾਲੇ ਪਾਸੇ ਲਿਜਾਣ ਦੀ ਕੋਸ਼ਿਸ਼ ਕਰਾਂਗੇ ਔਰ ਅਸੀਂ ਲਿਜਾ ਸਕਦੇ ਹਾਂ। ਅਸੀਂ ਜੇ ਕਹੀਏ ਧਾਰਮਿਕ ਖਿਆਲਾਂ ਨੂੰ ਵੀ ਲੈ ਲਈਏ ਉਹਦੇ ਵਿੱਚ ਊਚ ਨੀਚ ਨੂੰ ਖਤਮ ਕਰਨ ਦੀ ਕੋਸ਼ਿਸ਼ ਨਹੀਂ ਹੈ। ਜੇ ਕੋਈ ਧਰਮ ਨੂੰ ਮੰਨਣ ਵਾਲੇ ਨੇ ਉਹਨਾਂ ਨੂੰ ਵੀ ਇਸ ਗੱਲ ਦਾ ਧਿਆਨ ਦੇਣ ਦੀ ਕੋਸ਼ਿਸ਼ ਹੈ। ਵਿਖਾਵਾ ਨਹੀਂ ਸਗੋਂ ਲੋਕਾਂ ਨੂੰ ਪਾੜਨ ਦੀ ਨੀਤੀ ਨਹੀਂ ਅਪਣਾਉਣੀ ਚਾਹੀਦੀ। ਅਸੀਂ ਇਸ ਜਿਹੜਾ ਮੈਂ ਫਰੀਡਮ ਫਾਈਟਰ ਜਿਹੜਾ ਸਾਡੀ ਸੰਸਥਾ ਹੈ ਉਹਦਾ ਵੀ ਚੇਅਰਮੈਨ ਹੈ। ਸਕੂਲਾਂ ਵਾਲਿਆਂ ਨੇ ਵੀ ਮੈਨੂੰ ਮੰਨ ਲਓ ਜਿਹੜੀ ਚੇਅਰਮੈਨ ਆਪਦਾ ਬਣਾਇਆ ਹੋਇਆ, ਯਾਨੀ ਕਿ ਇਸ ਤਰ੍ਹਾਂ ਕਈ ਸੰਸਥਾਵਾਂ ਮੈਨੂੰ ਘਰ ਬੈਠੇ ਬਣਾ ਲੈਂਦੀਆਂ। ਮੈਨੂੰ ਤਾਂ ਬਾਅਦ 'ਚ ਪਤਾ ਲੱਗਦਾ ਵੀ ਕਿ ਇੱਕ ਮਾਮੂਲੀ ਜਿਹੀ ਹੈਸੀਅਤ ਨੂੰ ਆਣ ਕੇ ਇਹ ਮਾਨ ਦਿੱਤਾ ਜਾ ਰਿਹਾ ਹੈ। ਸੋ ਮੈਂ ਤੁਹਾਡਾ ਖਾਸ ਕਰਕੇ ਫਿਰ ਦਰਪਣ ਚੈਨਲ ਦਾ ਅਤੇ ਸਤਪਾਲ ਮਾਨ ਜੀ ਦਾ ਅਤੇ ਗੁਰਹਰਪ੍ਰੀਤ ਜੀ ਦਾ ਬਹੁਤ ਬਹੁਤ ਧੰਨਵਾਦ। ਤੁਹਾਡੀ ਜਾਣਕਾਰੀ ਲਈ ਇਹ ਦੱਸਣਾ ਚਾਹੁੰਦਾ ਹੈ ਕਿ ਮੇਰੇ ਆਪਣੇ ਸਾਥੀ ਜਿਹੜੇ ਪੂਰੀ ਸਰਗਰਮੀ ਨਾਲ ਸਾਡੀ ਜਿਹੜੇ ਆਜ਼ਾਦੀ ਘੁਲਾਟਿਆਂ ਦੀ ਸੰਸਥਾ ਦਾ ਜਿਹਨੂੰ ਅਸੀਂ ਕਹਿੰਦੇ ਵੀ ਹੇਠਾਂ ਪੱਧਰ ਤੱਕ ਲੈ ਕੇ ਜਾ ਰਹੇ ਨੇ,
ਚਾਰਾ ਫੀਲਡ ਵਰਕ ਸਾਰਾ ਕਰ ਰਹੇ ਨੇ। ਮੈਂ ਤਾਂ ਆਪਣੀ 79 ਸਾਲ ਦੀ ਉਮਰ ਵਿੱਚ ਇਹ ਕੰਮ ਨਹੀਂ ਕਰ ਸਕਦਾ ਜੋ ਸਰਦਾਰ ਅਵਤਾਰ ਸਿੰਘ ਜੀ ਸਾਡੇ ਖਜ਼ਾਨਚੀ ਨੇ ਉਹ ਇਹ ਕੰਮ ਕਰ ਰਹੇ ਨੇ, ਮੇਰੇ ਕੋਲੇ ਬੈਠੇ ਨੇ। ਮੈਂ ਉਹਨਾਂ ਦਾ ਵੀ ਧੰਨਵਾਦੀ ਹਾਂ, ਪਵਨ ਨਾਲ ਵਿਨੇ ਹੋਰਾਂ ਦਾ ਵੀ, ਕਿ ਜਿਨ੍ਹਾਂ ਸਾਥੀਆਂ ਨੇ ਮੇਰਾ ਨਾਲ ਪੂਰਾ ਸਹਿਯੋਗ ਦਿੱਤਾ ਹੈ ਔਰ ਮੈਨੂੰ ਇਸ ਗੱਲ ਦੇ ਕਾਬਲ ਬਣਾਇਆ। ਜੈ ਤੋਂ ਸਤਪਾਲ ਮਾਨ ਦੀ ਵਿਸ਼ੇਸ਼ ਰਿਪੋਰਟ ਅਤੇ ਵਿਸ਼ੇਸ਼ ਸਹਿਯੋਗ ਰਿਹਾ ਆਡੀਟਰਸ ਨੌਵੀ ਸਿੰਘ ਅਤੇ ਐਂਕਰ ਗੁਰਹਰਪ੍ਰੀਤ ਦਾ।